माया मोह परम पै भुले, सुत दारा स्यो प्रीत लगाई। एक उत्तम पंथ सुण्यो गुर संगत, ते मिलंत जम त्रास मिटाई। एक अरदास पाठ कीरत की, गुरु रामदास राखो सरणाई। सोई कराहे जो तुध पावै, मोहे सियाणप कछु न आवै। हम बारक तो शरणाई, प्रभ आपे पैज रखाई। मेरा मात पिता हर राया, कर कृपा प्रतिपालन लागा। करी तेरा कराया, जे जंत तेरे तारे, प्रभ डोरी हाथ तुम्हारे। जे करावै सो करना, नानक दास तेरी सरना। गुरु नानक पग पंकज बंदन, पंकज बंदन। सिमरो जी अंगद दोख निकंदन। अमरदास गुर हृदय नित ध्यामो, गुर हृदय नित ध्यामो। जे श्री गुरु रामदास गुण गावो। श्री अर्जन विघ्नन के नासक, जे विघ्नन के नासक। श्री हरगोबिंद सोभ मत प्रकाशक। श्री हर राय नमोकार जोरी, नमोकार जोरी। गुरु हर कृष्ण जी मनाए बहोरी। गुरु तेग बहादुर परमा कृपाला, सतगुर परमा कृपाला। श्री गुरु गोबिंद सिंह जी सदा विसाला। तरों तरा पर पुन पौन शीशा, बंदों जी बार बार जगदीशा। जिसमें है अमृत ज्ञान है, माणक भगत बराग। श्री गुरु ग्रंथ साहिब जी उदत, बंदों कर अनुराग। श्री गुरु शब्द कमाए जन, जीते पंच विकार। तिन संतन को बंदना, सिर चरणन पर तार। गोबिंद गोबिंद गोबिंद, संग नाम देओ मन लीना। आठ दाम को छिपरो, होए ओला खीना। बुन ना तन ना त्याग कै, प्रीत चरण कबीरा। नीच कुला जलाहरो, पयो गुनी गहीरा। रविदास ढवंता टोर नीत, तिन त्यागी माया। प्रगट होआ साध संग, हर दर्शन पाया। सैन नाई बुतकारिया, ओह कर कर सुनिया। हिरदय वसिया पार ब्रह्म, भगतां मह गनिया। यह विद सुन कै जट रो, उठ भगती लागा। मिले प्रतख गुसाइया, धन्ना बड़ भागा। डंडौत बंधन अनक बार, सर्व कला समरथ। डोलन ते राखो प्रभु,
ਨਾਨਕ ਦੇ ਕਰ ਹੱਥ ਗ੍ਰੰਥਨ ਕੇ ਗਿਆਤੇ ਮਤੇ ਮਤ ਸਰ ਕੀਚ ਬੀਚ ਤਰਾ ਨਾਥ ਮਦ ਸਾਥ ਭਰੇ ਦਰਸਾਤ ਹੈ ਦੁਖਨ ਚਮੋਰੇ ਮੋਰੇ ਭੂਖਨ ਸੇ ਭਾਖਨ ਕੋ ਪੰਡਤ ਪੁਪਾਲ ਤੋ ਨ ਸੁਨੈ ਮੇਰੀ ਬਾਤ ਹੈ ਪੁਨః ਹਾਨ ਜੰਤ ਜੇਤੇ ਦੁਖੀ ਮੂੜ ਦੀਨ ਤੇਤੇ ਮੋਤੇ ਸਕ ਚਾਤ ਹਮ ਹੋਤੇ ਸਕ ਚਾਤ ਹੈ ਪਾਤਰ ਬਿਨਾ ਭਾਖੇ ਜੈਸੇ ਹਵਨ ਕੋ ਰਾਖਨ ਰਾਖੇ ਤੈਸੇ ਜੀਰਨ ਮੋਹ ਗਾਤ ਮੇ ਸੋ ਬਾਤ ਹੋਤ ਜਾਤ ਹੈ ਹਰ ਗਿਆਨ ਪ੍ਰਦੀਪ ਸਦਾ ਲਸ਼ਕੇ ਮਨ ਮੰਦਰ ਜੋਗਨ ਕੇ ਬਸਕੇ ਬਹੁ ਮੋਹ ਉਦੈ ਜੋ ਹਿਰਦੈ ਤਿਨਕੇ ਤਮ ਪੁੰਜ ਵਹੀ ਤਿਨ ਕੋ ਹਨ ਕੇ ਪੁਨ ਲੋਲੇ ਅਨੰਗ ਪਤੰਗ ਮਹਾ ਖਿਣ ਮਾਹੇ ਸੁਭਾਵਕ ਤਾਹੇ ਦਹਾਂ ਨਿਹ ਕਾਮ ਸਮੋਹ ਗੁਣਾਗਰ ਦਿਪੈ ਸੋ ਸਨੇਹ ਸਨੇਹ ਵਹੀ ਅਰਪੈ ਜਿਨ ਕੋ ਨਿਤ ਮੈਂ ਚਿਤ ਮੋ ਚਿਤ ਮੈਂ ਤਿਨ ਕੀ ਰਤ ਮੋ ਤਨ ਮਾਹੇ ਰਤੀ ਨਾ ਵਹਵਾਨ ਪੁਮਾਨ ਕੇ ਸੰਗ ਰਤੀ ਪੁਨ ਤਾ ਮਨ ਮੈਂ ਗਨ ਕਾ ਗ੍ਰਹਿ ਕੀਨਾ ਤਿਕ ਹੈ ਅਬਲਾ ਪ੍ਰਿਤ ਕੰਦਰਪ ਪੈ ਹਰ ਮੋਹਿ ਤਿਕਾਰ ਜੋ ਮਾਰ ਅਧੀਨਾ ਇਤ ਰੀਤ ਸਮੋਹ ਕੀ ਪ੍ਰੀਤ ਈਸ਼ਵਰ ਚੀਨਾ ਇਹ ਵੇਦ ਕੋ ਗਿਆਨ ਸੁਜਾਨਨ ਕੇ ਅਭਮਾਨ ਮਦਾਦ ਵਿਕਾਰ ਵਿਨਾਸ਼ੇ ਹੁਨ ਕੇ ਚਿਤ ਮੋਹ ਸਮ ਨੀਚਨ ਕੇ ਅਭਮਾਨ ਮਦਾਦ ਵਿਕਾਰ ਨਿਵਾਸੇ ਅਚੇ ਅੰਮ੍ਰਿਤ ਜਾਸ ਹਲਾਹਲ ਹੈ ਨਹਿ ਔਖਦ ਵੈਦ ਨਹੀਂ ਕਛ ਤਾਸੇ ਜਨ ਪਾਤਰ ਕੋ ਪਾਤਰ ਕੋ ਸੋਧ ਕੈ ਬੋਧ ਕਰੇ ਬੁੱਧੀਵਾਨ ਜੋ ਬੁੱਧ ਪ੍ਰਕਾਸੇ ਵੋ ਕੋਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸੁਨ ਕਰ ਨਹੀਂ ਸਹਾਰਨੀ ਜਰਵਰ ਤਹ ਤੇ ਜਾਏ ਦੇਖਿਓ ਸੋ ਮੇਰੋ ਹੈ ਇਸ ਬਿਦ ਨਿੰਦ ਅਲਾਏ ਸੁਨ ਕਰ ਨਹੀਂ ਸਹਾਰਨੀ ਜਰਵਰ ਤਹ ਤੇ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਪਤਿਤ ਪਾਵਨ ਸ੍ਰੀ ਗੁਰੂ ਗ੍ਰੰਥ ਪੰਥ ਸਾਹਿਬ ਮਹਾਰਾਜ ਮਹਾਂਪੁਰਖਾਂ ਦੇ ਪਵਿੱਤਰ ਤਪ ਸਥਾਨ ਤੇ ਆਪ ਮਹਾਂਪੁਰਖਾਂ ਦੀ ਯਾਦ ਚ ਨਿਤ ਲੜੀਵਾਰ ਇਤਿਹਾਸ ਸਰਵਨ ਕਰਦੇ ਹੋ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਲੜੀਵਾਰ ਜੀਵਨ ਸਾਹਿਬ ਜੀ ਕੋਲ ਬੇਅੰਤ ਸਿੱਖ ਚੱਲ ਕਰਕੇ ਆ ਰਹੇ ਆ, ਨਵੇਂ ਸਿੱਖੀ ਧਾਰਨ ਕਰ ਰਹੇ ਆ। ਤੇ ਹੁਣ ਸਤਿਗੁਰੂ ਸਾਹਿਬ ਜੀ ਦੇ ਕੋਲ ਜਾਪੂ ਵੰਸੀ ਤੇ ਭਗਤਾ ਇਹ ਚੱਲ ਕਰਕੇ ਆਏ ਆ। ਇਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਅਸੀਂ ਪੜ੍ਹੇ ਲਿਖੇ ਨਹੀਂ। ਤਾਂ ਸਤਿਗੁਰੂ ਸਾਹਿਬ ਜੀ ਕਹਿੰਦੇ ਕੋਈ ਨਾ, ਤੁਸੀਂ ਮਨਮੁਖਾਂ ਦੇ ਕਰਮ ਤਿਆਗ ਦਿਓ। ਕਹਿਣ ਲੱਗੇ ਸਾਨੂੰ ਪਤਾ ਨਹੀਂ ਮਨਮੁਖਾਂ ਦੇ ਕਿਹੜੇ ਕਰਮ ਐ, ਸਾਨੂੰ ਸ਼ਨਾਖਤ ਕਰਾ ਦਿਓ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਮਨਮੁਖਾਂ ਦੇ ਕਰਮ ਇਹ ਨੇ, ਸਦਨ ਵਿਭੂਤ ਅਪਰਕੋ ਦੇਖੀ ਪੀਰਾ ਪਾਵੇ ਹਿਰਦੇ ਵਸੇਖੀ। ਹੋਰਾਂ ਦੀਆਂ ਵਿਭੂਤੀਆਂ ਦੌਲਤ ਨੂੰ ਸੰਪਤੀ ਨੂੰ ਪਦਾਰਥਾਂ ਨੂੰ ਦੇਖ ਕਰਕੇ ਹਿਰਦੇ 'ਚ ਦੁਖੀ ਹੋਣਾ, ਸੜਨਾ, ਸਾਰਿਆਂ ਨੂੰ ਆਪਦੇ ਦੁਸ਼ਮਣ ਸਮਝਣਾ ਤੇ ਕਿਸੇ ਦੇ ਨਾਲ ਵੀ ਭਲਾਈ ਨਾ ਕਰਨੀ, ਇਹ ਮਨਮੁਖਾਂ ਦੇ ਲੱਛਣ ਨੇ। ਇੱਕ ਤਾਂ ਇਹ ਮਹਾਰਾਜ ਜੀ ਕਹਿੰਦੇ ਦੂਰ ਕਰੋ ਭਾਈ। ਦੂਸਰ ਹਉਮੈ ਮਨ ਕਰੈ ਸਭ ਸੋ ਨਿਰਦੈ ਹੋਏ।
ਦੂਜਾ ਜਿਹੜਾ ਹੈ ਹਉਮੈ ਹੰਕਾਰ ਚ ਹਰੇਕ ਨਾਲ ਨਿਰਦਈ ਹੋ ਕੇ ਵਰਤਣਾ, ਹਰੇਕ ਦਾ ਬੁਰਾ ਚਾਹਣਾ, ਬੁਰਾ ਕਰਨਾ, ਤੇ ਆਪਣੇ ਆਪ ਨੂੰ ਹੰਕਾਰ ਗ੍ਰਸਤ ਸਾਰਿਆਂ ਤੋਂ ਵੱਡਾ ਜਾਣਨਾ, ਇਹ ਵੀ ਮਨਮੁਖਾਂ ਦਾ ਲੱਛਣ ਹੈ। ਤੇ ਫਿਰ ਸਤਿਗੁਰੂ ਸਾਹਿਬ ਜੀ ਨੇ ਕਿਹਾ ਜਿਹੜਾ ਕਿਸੇ ਨੂੰ ਆਪਣੇ ਤੋਂ ਛੋਟਾ ਘੱਟ ਬੁੱਧੀ ਦੇਖਣਾ ਤੇ ਉਹਨੂੰ ਇਹ ਸਮਝਣਾ ਵੀ ਇਹਨੂੰ ਜਿਹੜਾ ਮੱਤ ਦਿੱਤੀ ਨਹੀਂ ਜਾ ਸਕਦੀ, ਇਹਨੂੰ ਕਦੇ ਅਕਲ ਨਹੀਂ ਆ ਸਕਦੀ, ਇਹ ਵੀ ਮਨਮੁਖਾਂ ਦੇ ਲੱਛਣ ਹਨ। ਉਹਦੇ ਤੇ ਹੱਸਣਾ ਥੋੜੀ ਬੁੱਧੀ ਵਾਲੇ ਤੇ, ਵੀ ਜੇ ਰੱਬ ਤੈਨੂੰ ਉਹੋ ਜਿਹਾ ਬਣਾ ਦਿੰਦਾ ਫੇਰ ਤੂੰ ਕੀ ਕਰਦਾ, ਅਗਲੇ ਦੀ ਥੋੜੀ ਬੁੱਧੀ ਤੇ ਤੂੰ ਹੱਸਦਾ ਵੀ ਮੈਂ ਐਮਏ ਪੜ੍ਹਿਆ, ਇਹ 10 ਪੜ੍ਹਿਆ, 10 ਪੜ੍ਹੇ ਤੇ ਹੱਸਦਾ, ਤੇ ਜੇ ਤੂੰ ਉਹਦੇ ਥਾਂ ਤੇ ਹੁੰਦਾ, ਉਹ ਤੇਰੇ ਥਾਂ ਤੇ ਹੁੰਦਾ, ਫੇਰ ਕਿਵੇਂ ਬਣਦੀ। ਤਾਂ ਇਸ ਤਰ੍ਹਾਂ ਨਾਲ ਦੂਜੇ ਨੂੰ ਹਾਸਾ ਕਰਨਾ, ਆਪਣੇ ਆਪ ਨੂੰ ਵੱਡਾ ਸਮਝਣਾ, ਤੇ ਇਹ ਵੀ ਜਿਹੜਾ ਮਨਮੁਖ ਦਾ ਲੱਛਣ ਹੈ। ਪੁਨ ਤੀਜੀ ਨਿੰਦਾ ਪਹਿਚਾਨ, ਤਿਆਗ ਦੀਜੀਏ ਕਵੀ ਨਾ ਬਖਾਨ। ਫਿਰ ਜਿਹੜੀ ਨਿੰਦਿਆ ਕਰਨੀ, ਤੇ ਇਹ ਵੀ ਮਹਾਰਾਜ ਜੀ ਕਹਿੰਦੇ ਤਿਆਗ ਦੋ, ਕਦੇ ਨਿੰਦਿਆ ਨਹੀਂ ਕਰਨੀ ਚਾਹੀਦੀ। ਜੋ ਬਸੇਖ ਆਪਣੇ ਤੇ ਹੋਏ, ਤਿਹ ਕੀ ਉਸਤਤ ਕਰ ਹੈ ਕੋਏ। ਫਿਰ ਜਿਹੜਾ ਆਪਦੇ ਤੋਂ ਗੁਣਾ ਵਿਦਿਆ ਦੇ ਵਿੱਚ ਵੱਡਾ ਹੈ, ਜਿਹਦੀ ਆਪਦੇ ਤੋਂ ਸ਼ਖਸੀਅਤ ਉੱਚੀ ਹੈ, ਜਾਂ ਨਾਮ ਬਾਣੀ ਚ ਆਪਣੇ ਤੋਂ ਕਮਾਈ ਵਾਲਾ ਵੱਡਾ ਹੈ, ਕਿਉਂਕਿ ਗੁਣਾ ਕਰਕੇ ਸ਼ਖਸੀਅਤ ਦੀ ਘਾੜਤ ਘੜੀ ਜਾਂਦੀ ਹੈ। ਗੁਣਾ ਤੇ ਸ਼ਖਸੀਅਤ ਖੜੀ ਹੈ, ਔਗੁਣਾ ਤੇ ਸ਼ਖਸੀਅਤਾਂ ਢਹਿ ਜਾਂਦੀਆਂ ਨੇ, ਤੇ ਗੁਣਾ ਕਰਕੇ ਜਿਹੜੀਆਂ ਸ਼ਖਸੀਅਤਾਂ ਨੇ ਉਹ ਸਰੀਰ ਦੇ ਖਤਮ ਹੋਣ ਤੋਂ ਬਾਅਦ ਵੀ ਦੁਨੀਆ ਉਹਨਾਂ ਨੂੰ ਯਾਦ ਰੱਖਦੀ ਹੈ, ਜਿਨ੍ਹਾਂ ਦੀ ਸ਼ਖਸੀਅਤ ਗੁਣਾ ਤੇ ਖੜੀ ਹੁੰਦੀ ਹੈ। ਤਾਂ ਇਸ ਕਰਕੇ ਗੁਣਾ ਵਾਲੀ ਸ਼ਖਸੀਅਤ ਬਣਾਓ, ਔਗੁਣਾ ਵਾਲੀ ਜਿਹੜੀ ਅਕਸ ਖਰਾਬ ਕਰਨ ਵਾਲੀ ਸ਼ਖਸੀਅਤ ਹੈ ਉਹ ਜਿਹੜੀ ਨਾ ਬਣਾਓ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਵੀ ਮਨਮੁਖਾਂ ਦੇ ਔਗਣ ਹਨ। ਅੱਗੇ ਵੀ ਮਨਮੁਖਾਂ ਦੇ ਔਗਣ ਦੱਸਦੇ ਆ। ਆਓ ਸੁਰਤੀ ਬਿਰਤੀ ਇਕਾਗਰ ਕਰਕੇ ਮਨਮੁਖਾਂ ਗੁਰਮੁਖਾਂ ਦੇ ਲੱਛਣ ਆਪਾਂ ਸਰਵਣ ਕਰੀਏ। ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸੁਨ ਕਰ ਨਹੀਂ ਸਹਾਰਨੀ, ਜਰਬਰ ਤੇ ਜਾਏ। ਜਲ ਕੇ ਬਲ ਉੱਠਣਾ, ਸੁਣ ਕੇ ਕਿਸੇ ਦੀ ਨਾ ਸੁਹਾਰਨੀ ਕਿ ਇਹ ਮੇਰੇ ਤੋਂ ਕਿਵੇਂ ਵੱਡਾ ਹੋ ਸਕਦਾ, ਇਹ ਜਿਹੜਾ ਮਨਮੁਖ ਦਾ ਲੱਛਣ ਹੈ ਇਹ ਵੀ ਤਿਆਗੋ। ਮਹਾਰਾਜ ਜੀ ਕਹਿੰਦੇ ਆ ਦੇਖਿਓ ਸੋ ਮੇਰੇ ਐ, ਇਸ ਵਿਦ ਨਿੰਦ ਲਾਏ। ਇਹ ਕਹਿਣਾ ਕਿ ਤਾਂ ਮੇਰਾ ਦੇਖਿਆ ਹੋਇਆ, ਇਸ ਤਰ੍ਹਾਂ ਨਿੰਦਿਆ ਕਰਨੀ, ਇਹ ਜਿਹੜੀ ਨਿੰਦਿਆ ਦੇ ਵਿੱਚ ਮਨਮੁਖਾਂ ਦੇ ਲੱਛਣ ਹੀ ਨੇ। ਇਹਨਾਂ ਨੂੰ ਵੀ ਮਹਾਰਾਜ ਜੀ ਕਹਿੰਦੇ ਸਾਰਿਆਂ ਨੂੰ ਛੱਡ ਦਿਓ ਭਾਈ। ਇਹਨਾਂ ਨੂੰ ਕਹਿੰਦੇ ਆ ਜਿਹੜਾ ਭਾਈ ਭਗਤਾ ਤੇ ਜਾਪੂ ਵੰਸ਼ੀ ਚੱਲ ਕੇ ਆਏ ਆ, ਇਹਨਾਂ ਨੂੰ ਉਪਦੇਸ਼ ਦਿੰਦੇ ਹਨ। ਜਪਈ ਸਮਸੋ ਗਰਭ ਅਸੂਇਆ ਬਹਿਤਰੀ। ਆਪਦੇ ਬਰਾਬਰਦਿਆਂ ਦੇ ਨਾਲ ਕਹਿੰਦੇ ਹੰਕਾਰ ਕਰਨਾ, ਈਰਖਾ ਕਰਨੀ। ਹੁਣ ਜਿਹੜੀ ਸਿੱਧਾਂ ਨੇ ਗੁਰੂ ਨਾਨਕ ਦੇਵ ਜੀ ਨਾਲ ਈਰਖਾ ਹੀ ਕੀਤੀ, ਤਾਂ ਈਰਖਾ ਦੇ ਵਿੱਚ ਉਹਨਾਂ ਨੇ ਕੀ ਫਲ ਪਾ ਲਿਆ। ਨਾਨਕ ਮੱਤੇ ਚ ਪਿੱਪਲ ਆਦਿ ਨੂੰ ਵੀ ਫੂਕ ਦਿੱਤਾ ਈਰਖਾ ਕਰਕੇ। ਫਿਰ ਛੇਵੇਂ ਪਾਤਸ਼ਾਹ ਨੇ ਜਾ ਕੇ ਡੰਨ ਦਿੱਤਾ ਉਹਨਾਂ ਨੂੰ, ਕੀ ਈਰਖਾ ਦੇ ਵਿੱਚੋਂ ਉਹਨਾਂ ਨੇ ਕੱਢ ਲਿਆ। ਕਰੇ ਬਖੀਲੀ ਬਲੀ ਸੋ ਪਾਪ ਕਰਮ ਹੈ ਪਿਆਰ, ਤ੍ਰਿਆ ਪ੍ਰਤੀਤ ਸਾਜਨ ਕਲੈ ਮਿਰਤ ਦੁਆਰ ਇਹ ਚਾਰ। ਕਹਿੰਦੇ ਮੌਤ ਦੇ ਦਰਵਾਜ਼ੇ ਨੇ ਇਹ, ਜਿਹੜੇ ਬਲੀ ਦੇ ਨਾਲ ਵਿਰੋਧ ਕਰਨਾ, ਸ਼ਕਤੀਵਾਨ ਦੇ ਨਾਲ ਵਿਰੋਧ ਕਰਨਾ, ਸ਼ਕਤੀਵਾਨ ਦੀ ਨਿੰਦਿਆ ਕਰਨੀ, ਤੇ ਮਾੜੇ ਕਰਮਾਂ ਦੇ ਵਿੱਚ ਪਿਆਰ ਕਰਨਾ, ਜੂਆ ਆਦਿ ਦੇ ਵਿੱਚ ਨਿੰਦਿਆ ਕਰਨੀ, ਜੂਆ ਖੇਡਣੀ, ਤੇ ਫਿਰ ਪਰਾਈਆਂ ਇਸਤਰੀਆਂ ਦਾ ਇਤਬਾਰ ਕਰਨਾ, ਤੇ ਫਿਰ ਆਪਦੇ ਮਿੱਤਰਾਂ ਦੀ ਨਾ ਵਿਸ਼ਵਾਸੀ ਕਰਨੀ। ਜਿਹੜਾ ਹਮਦਰਦ ਹੈ ਉਹਦੀ ਨਾ ਵਿਸ਼ਵਾਸੀ ਕਰਨੀ, ਕਹਿਣਾ ਇਹ ਨਹੀਂ ਮੈਨੂੰ ਠੀਕ ਨਹੀਂ ਕਹਿੰਦਾ। ਇਹ ਮੌਤ ਦੇ ਦਰਵਾਜ਼ੇ ਨੇ ਚਾਰੇ, ਨੀਤੀ ਵੀ ਕਹਿੰਦੀ ਹੈ। ਤੋ ਇਸ ਪ੍ਰਕਾਰ ਨਾਲ ਮਹਾਰਾਜ ਕਹਿੰਦੇ ਜਿਹੜਾ ਈਰਖਾ ਕਰਦਾ ਉਹ ਵੀ ਮਨਮੁਖਾਂ ਦਾ। ਗੁਰੂ ਗੋਬਿੰਦ ਸਿੰਘ ਜੀ ਨਾਲ ਪਹਾੜੀ ਰਾਜਿਆਂ ਨੇ ਈਰਖਾ ਹੀ ਕੀਤੀ, ਕੋਈ ਮਤਲਬ ਤਾਂ ਦੇਣ ਲੈਣ ਉਹਨਾਂ ਦਾ ਹੈ ਨਹੀਂ ਸੀ ਉਹਦੇ ਵਿੱਚ। ਈਰਖਾ ਕੀਤੀ, ਆ ਨਗਾਰਾ ਤੂੰ ਬਹੁਤ ਵੱਡਾ ਬਣਾ ਲਿਆ, ਆ ਤੂੰ ਹਾਥੀ ਘੋੜੇ ਬਹੁਤ ਵੱਡੇ ਰੱਖ ਲਏ, ਆ ਤੂੰ ਬੰਦਿਆਂ ਨੂੰ ਭਰਤੀ ਕਰਨ ਲੱਗ ਗਿਆ, ਬਈ ਤੁਸੀਂ ਬੰਦਿਆਂ ਨੂੰ ਰੋਟੀ ਖਵਾਉਣੀ ਹੈ। ਜਿਹੜਾ ਰੱਖ ਰਿਹਾ ਉਹ ਆਪੇ ਬੰਦਿਆਂ ਨੂੰ ਰੋਟੀ ਦਊਗਾ। ਇਸ ਤਰ੍ਹਾਂ ਈਰਖਾ ਕਰਕੇ ਉਹਨਾਂ ਨੇ ਸਾਰੇ ਹਿੰਦੂ ਹੁੰਦਿਆਂ ਵੀ ਸੈਂਟਰ ਸਰਕਾਰ ਨਾਲ ਰਲ ਕੇ ਕਲਗੀਧਰ ਪਾਤਸ਼ਾਹ ਦਾ ਈਰਖਾ ਅਕਾਰਨ ਕਰਕੇ ਵਿਰੋਧ ਕੀਤਾ।
ਉਹ ਵਿਰੋਧ ਕਰਦੇ 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 ਜਿਹੜੇ ਅੱਜ ਤੱਕ ਕਰਦੇ ਆਉਂਦੇ ਆ ਈਰਖਾ ਕਰਕੇ। ਉਹਨਾਂ ਦੇ ਰੂਪ ਬਦਲ ਗਏ, ਪਰ ਉਹਨਾਂ ਨੇ ਈਰਖਾ ਕਰਨੀ ਜਿਹੜੀ ਹੈ ਉਹ ਛੱਡੀ ਨਹੀਂ। ਤਾਂ ਉਸ ਈਰਖਾ ਦੇ ਵਿੱਚੋਂ ਉਹਨਾਂ ਨੇ ਕੀ ਕੱਢ ਲਿਆ? ਸਾਰੀਆਂ ਸਲਤਨਤਾਂ ਉਹਨਾਂ ਦੀਆਂ ਜਿਹੜੀਆਂ ਸੀ ਨਾਸ਼ ਵਿਨਾਸ਼ ਹੋ ਗਈਆਂ। ਈਰਖਾ ਚੋਂ ਕੁਝ ਵੀ ਉਹਨਾਂ ਨੂੰ ਪ੍ਰਾਪਤ ਨਾ ਹੋਇਆ। ਕਈ ਮਹਾਰਾਜ ਜੀ ਨਾਲ ਈਰਖਾ ਕਰਕੇ ਆ ਕੇ ਲੜੇ ਜੰਗ ਯੁੱਧ, ਉਹਨਾਂ ਦਾ ਵੀ ਵਿਨਾਸ਼ ਹੋ ਗਿਆ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹੱਥੋਂ। ਹਰੀਚੰਦ ਰਾਜਾ ਸੀਗਾ ਇੱਕ, ਉਹ ਸਤਿਗੁਰੂ ਸਾਹਿਬ ਜੀ ਦੇ ਨਾਲ ਆਹਮਣੇ ਸਾਹਮਣੇ ਹੋ ਕੇ ਲੜਿਆ। ਮਹਾਰਾਜ ਜੀ ਦੇ ਉੱਤੇ ਤੀਰ ਚਲਾਏ ਤੇ ਇੱਕ ਤੀਰ ਮਹਾਰਾਜ ਜੀ ਦੇ ਕਮਰ ਕਸੇ ਦੀ ਪੇਟੀ ਨੂੰ ਵਿੰਨ ਕੇ ਧੁੰਨੀ ਦੇ ਵਿੱਚ ਜਾ ਲੱਗਾ। ਐਸਾ ਉਹਨੇ ਨਿਸ਼ਾਨਾ ਮਾਰਿਆ ਗੁਰੂ ਮਹਾਰਾਜ ਜੀ ਦੇ। ਥੋੜਾ ਜਿਹਾ ਖੂਨ ਨਿਕਲ ਆਇਆ। ਮਹਾਰਾਜ ਜੀ ਕਹਿੰਦੇ ਜਵੈ ਤੀਰ ਲਾਗਿਓ ਤਵੈ ਰੋਸ ਜਾਗਿਓ। ਬੰਦੂਕ ਫੜ ਕੇ ਮਹਾਰਾਜ ਜੀ ਨੇ ਐਸਾ ਫੈਰ ਮਾਰਿਆ, ਹਰੀਚੰਦ ਰਾਜੇ ਦਾ ਅੰਤ ਕਰ ਦਿੱਤਾ। ਹਨੂਮਾਨ ਦਾ ਪੁਜਾਰੀ ਸੀਗਾ ਹਰੀਚੰਦ ਰਾਜਾ। ਜਦੋਂ ਲੜਨ ਵਾਸਤੇ ਆਇਆ, ਦਸਮ ਗ੍ਰੰਥ ਚ ਮਹਾਰਾਜ ਜੀ ਲਿਖਦੇ ਆ, ਹਨੂਮਾਨ ਕੇ ਮੰਤਰ ਕੋ ਮੁਖੰ ਜਾਪੰ। ਹਨੂਮਾਨ ਦੇ ਮੰਤਰ ਦਾ, ਹਨੂਮਾਨ ਚਾਲੀਸੇ ਦਾ ਮੂੰਹ ਤੋਂ ਜਾਪ ਕਰ ਰਿਹਾ ਸੀ। ਜਦੋਂ ਆ ਕੇ ਮਹਾਰਾਜ ਜੀ ਤੇ ਤੀਰ ਚਲਾਏ, ਲੜਨ ਵਾਸਤੇ ਆਇਆ। ਪਰ ਉਹ ਜਿਹੜਾ ਹਨੂਮਾਨ ਨੂੰ ਬਣਾਉਣ ਵਾਲਾ, ਉਹਦੇ ਤੇ ਹਨੂਮਾਨ ਥੋੜੀ ਅਟੈਕ ਕਰ ਸਕਦਾ। ਗਾਂ ਤਾਂ ਹਨੂਮਾਨ ਨੂੰ ਬਣਾਉਣ ਵਾਲਾ ਖੜਾ ਹੈ, ਜਿਹੜਾ ਲੱਖਾਂ ਹੀ ਹਨੂਮਾਨ ਬਣਾ ਸਕਦਾ। ਜਿਹੜੇ ਮਰਜ਼ੀ ਬਾਂਦਰ ਨੂੰ ਥਾਪੜਾ ਦੇ ਦੇਵੇ ਉਹਨੂੰ ਹੀ ਹਨੂਮਾਨ ਬਣਾ ਦਊਗਾ। ਉਹਦੇ ਤੇ ਕੀ ਉਹਦਾ ਤੀਰ ਚੱਲਣਾ ਸੀਗਾ। ਫਿਰ ਇਸ ਤਰ੍ਹਾਂ ਹਨੂਮੰਤਰ ਚਾਲੀਸੇ ਦਾ ਮੰਤਰ ਵੀ ਹਰੀਚੰਦ ਰਾਜੇ ਨੂੰ ਇਤਿਹਾਸ ਦੱਸਦਾ, ਕਹਿੰਦੇ ਬਚਾ ਨਾ ਸਕਿਆ ਮਹਾਰਾਜ ਦੇ ਹੱਥੋਂ, ਮਰ ਗਿਆ ਮਹਾਰਾਜ ਦੇ ਫੈਰ ਦੇ ਨਾਲ। ਈਰਖਾ ਕਰਕੇ ਇਸ ਤਰ੍ਹਾਂ ਬਲੀ ਦੇ ਨਾਲ ਕੋਈ ਵੀ ਉਹਨਾਂ ਨੇ ਜਿਹੜੀ ਸਦਗਤੀ ਨਹੀਂ, ਅਧੋਗਤੀ ਹੀ ਪ੍ਰਾਪਤ ਕੀਤੀ। ਫੇਰ ਸਮੇਂ ਅਨੁਸਾਰ ਜਿਨ੍ਹਾਂ ਨੇ ਈਰਖਾ ਕੀਤੀ, ਕਿੰਨੇ ਸਿੱਕੇ ਕਿੰਨੇ ਕਿੱਸੇ ਜਿਹੜੇ ਈਰਖਾ ਦੇ ਪ੍ਰਸਿੱਧ ਹਨ, ਤਾਂ ਉਹ ਈਰਖਾ ਦੇ ਵਿੱਚ ਉਹਨਾਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੋਇਆ। ਜਿਨ੍ਹਾਂ ਨੇ ਸੰਤਾਂ ਨਾਲ ਈਰਖਾ ਕੀਤੀ, ਉਹ ਸੰਤਾਂ ਦੀਆਂ ਤਾਂ ਅਗਲੇ ਭਾਈ ਫੋਟੋਆਂ ਲਾਈ ਬੈਠੇ ਆ, ਫੋਟੋਆਂ ਲਾ ਕੇ ਯਾਦ ਕਰਦੇ ਆ। ਜਿਨ੍ਹਾਂ ਨੇ ਈਰਖਾ ਕੀਤੀ ਉਹਨਾਂ ਨੂੰ ਗਾਲਾਂ ਕੱਢਦੇ ਆ। ਈਰਖਾ ਕਰਨ ਵਾਲੇ ਭਾਵੇਂ ਉਹ ਪੰਜਾਬ ਦੇ ਮੁੱਖ ਮੰਤਰੀ ਵੀ ਰਹਿ ਗਏ, ਸੰਤ ਤਾਂ ਮੁੱਖ ਮੰਤਰੀ ਨਹੀਂ ਬਣੇ, ਪਰ ਈਰਖਾ ਕਰਨ ਵਾਲੇ ਭਾਵੇਂ 5-5 ਪਲਾਨ ਵੀ ਕਰ ਗਏ ਹਕੂਮਤ ਦੇ, ਪਰ ਦੁਨੀਆ ਨੇ ਉਹਨਾਂ ਨੂੰ ਗਾਲਾਂ ਹੀ ਕੱਢੀਆਂ। ਈਰਖਾ ਕਰਨ ਵਾਲਿਆਂ ਨੂੰ ਚੰਗੇ ਫੁੱਲ ਨਹੀਂ ਪਾਏ ਉਹਨਾਂ ਦੇ ਰਿਸ਼ਤੇਦਾਰਾਂ ਤੋਂ ਛੱਡ ਕੇ। ਪਰ ਇਹ ਜਿਹੜੇ ਈਰਖਾ ਕਰਨੀ, ਇਹ ਵੀ ਕਹਿੰਦੇ ਮਨਮੁਖਾਂ ਦਾ ਲੱਛਣ ਹੈ। ਤੇ ਮਨਮੁਖ ਇਸ ਈਰਖਾ ਦੇ ਵਿੱਚੋਂ ਕਹਿੰਦੇ ਕੁਝ ਵੀ ਪ੍ਰਾਪਤ ਨਹੀਂ ਕਰਦੇ ਭਾਈ। ਇਸ ਕਰਕੇ ਇਹਨਾਂ ਲੱਛਣਾਂ ਨੂੰ ਤਿਆਗਣਾ ਚਾਹੀਦਾ। ਆਪਣੇ ਬਰਾਬਰ ਵਾਲੇ ਦੇ ਨਾਲ ਹੰਕਾਰ ਈਰਖਾ ਕਰਨੀ, ਇਹ ਵੀ ਕਹਿੰਦੇ ਮਨਮੁਖਾਂ ਦਾ ਲੱਛਣ ਹੈ। ਉਹ ਨਰ ਕਿਆ ਹੋ ਗੁਣ ਭਰਪੂਰ ਹੀ। ਤੇ ਕਹਿਣਾ ਉਹ ਕੀ ਹੈ? ਉਹ ਮੇਰੇ ਵਿੱਚ ਤਾਂ ਬਹੁਤ ਗੁਣ ਹਨ। ਈਰਖਾ ਕਰਕੇ ਕਹਿਣਾ ਉਹ ਬੰਦਾ ਕੀ ਹੈ? ਮੈਂ ਤਾਂ ਗੁਣਾਂ ਨਾਲ ਭਰਪੂਰ ਹਾਂ। ਚੌਥੀ ਹਠ ਬਿਰਤੀ ਅਰ ਹੋ ਜੋਏ। ਇਹ ਵੀ ਮਨਮੁਖਾਂ ਦਾ ਲੱਛਣ ਤਿਆਗਣਾ ਚਾਹੀਦਾ ਹੈ। ਤੇ ਚੌਥੀ ਹਠ ਬਿਰਤੀ ਹੈ ਮਨਮੁਖਾਂ ਦਾ ਲੱਛਣ, ਹਠ ਕਰਨਾ ਬਹੁਤ ਜ਼ਿਆਦੇ। ਹਠ ਕਰਨਾ, ਕਿਸ ਗੱਲ ਤੇ ਐਵੇਂ ਫਜ਼ੂਲ ਅੜ ਜਾਣਾ, ਦੰਦੇ ਪਸਾ ਲੈਣੇ, ਹਰ ਥਾਂ ਤੇ ਸਿੰਘ ਪਸਾ ਲੈਣੇ, ਹਠ ਬਿਰਤੀ। ਤੇ ਇਸ ਤਰ੍ਹਾਂ ਨਾਲੇ ਵੀ ਮਨਮੁਖਾਂ ਦਾ ਲੱਛਣ ਹੈ। ਇਹਦੇ ਤੋਂ ਬਚਣਾ ਚਾਹੀਦਾ ਹੈ। ਬਹੁਤੀਆਂ ਬਹਿਸਾਂ ਦੇ ਵਿੱਚ ਪੈਣਾ, ਜਦੋਂ ਹਰ ਥਾਂ ਤੇ ਬਹਿਸ ਕਰੀ ਜਾਵਾਂਗੇ ਤਾਂ ਫਿਰ ਤਾਂ ਖੜਨ ਨੂੰ ਥਾਂ ਹੀ ਨਹੀਂ ਰਹਿਣਾ ਦੁਨੀਆ ਦੇ ਵਿੱਚ। ਖੜਾਂਗੇ ਕਿੱਥੇ ਫਿਰ? ਜਦੋਂ ਹਰੇਕ ਦੇ ਨਾਲ ਸਿੰਘ ਪਸਾ ਲਾਂਗੇ, ਤੁਰੇ ਜਾਂਦੇ ਦੇ ਨਾਲ ਹਠ ਬਿਰਤੀ ਨਾਲ, ਤਾਂ ਹਰੇਕ ਨੂੰ ਆਪਦੀ ਮੱਤ ਦੇਵਾਂਗੇ, ਹਰੇਕ ਨੂੰ ਮਨਾਵਾਂਗੇ ਜ਼ਬਰਦਸਤੀ, ਤਾਂ ਫਿਰ ਤਾਂ ਖੜਨ ਨੂੰ ਥਾਂ ਹੀ ਨਹੀਂ ਰਹਿਣਾ। ਇੱਥੇ ਕਿਹੜਾ ਸੁਣਦਾ ਹੈ? ਹਠ ਬਿਰਤੀ ਧਾਰਨ ਕਰਨੀ ਵੀ ਜਿਹੜਾ ਮਨਮੁਖ ਦਾ ਲੱਛਣ ਹੈ, ਇਹਨੂੰ ਵੀ ਕਹਿੰਦੇ ਤਿਆਗਣਾ ਚਾਹੀਏ। ਦੇ ਉਪਦੇਸ਼ ਨਾ ਮੰਨੇ ਕੋਈ। ਕਹਿੰਦੇ ਉਪਦੇਸ਼ ਦੇਵੇ ਤੇ ਉਸ ਉਪਦੇਸ਼ ਨੂੰ ਕੋਈ ਮੰਨੇ ਨਾ ਅੱਗੇ। ਤਦਪ ਹਠ ਕਰ ਕਰ ਪੁੰਨ ਕਰਹੀ। ਤਦਪ ਹਠ ਕਰ ਕਰ ਪੁੰਨ ਕਹੀ। ਫੇਰ ਹਠ ਕਰਕੇ ਮਨਮੁਖ ਜਿਹੜਾ ਹੈ ਦੁਬਾਰਾ ਕਹਿੰਦਾ ਰਹੇ ਕਿ ਮੰਨੋ ਮੰਨੋ ਮੇਰੀ ਗੱਲ ਨੂੰ। ਆਪਦੇ ਮਨ ਨੂੰ ਕਹਿੰਦਾ ਉੱਤਮ ਵਕਤਾ ਜਿਹੜਾ ਹੈ, ਤੇ ਜਿਹੜਾ ਮੱਧਮ ਵਕਤਾ ਹੈ ਉਹ ਪਦਾਰਥ ਦੇ ਨਾਲ ਮਿਲਾਵਟ ਕਰਕੇ ਕਹਿੰਦਾ ਹੈ ਵੀ ਪਦਾਰਥ ਪ੍ਰਾਪਤ। ਜਿਹੜਾ ਕਨਿਸ਼ਟ ਵਕਤਾ ਹੈ ਉਹ ਜ਼ਬਰਦਸਤੀ ਲੋਕਾਂ ਦੇ ਉੱਤੇ ਆਪਦੇ ਵਿਚਾਰ ਨੂੰ ਥੋਪਦਾ, ਹੱਠ ਕਰਕੇ ਜ਼ਬਰਦਸਤੀ। ਜਿਵੇਂ ਸਰਕਾਰ ਕੋਲ ਰਾਜ ਹੈ, ਮੀਡੀਆ ਹੈ, ਸਾਰੇ ਜੰਤਰ ਨੇ ਤੰਤਰ ਨੇ, ਜ਼ਬਰਦਸਤੀ ਆਪਦੇ ਲੋਕਾਂ ਦੇ ਉੱਤੇ ਥੋਪੇ, ਤਾਂ ਉਹ ਹੱਠ ਬਿਰਤੀ ਹੈ। ਜਦੋਂ ਮੰਨਣ ਨੂੰ ਤਿਆਰ ਨਹੀਂ ਅਗਲੇ,
ਤਾਂ ਫਿਰ ਜ਼ਬਰਦਸਤੀ ਉਸ ਨੂੰ ਆਪਦੇ ਵਿਚਾਰ ਨੂੰ ਲਾਗੂ ਕਰਨਾ, ਜ਼ਬਰਦਸਤੀ ਉਸ ਕੈਟਾਗਰੀ 'ਚ ਹਰੇਕ ਨੂੰ ਲੈ ਕੇ ਆਉਣ ਦੀ ਮੁਤਲਾਛਾ ਰੱਖਣੀ, ਇਹ ਮਨਮੁਖਾਂ ਦਾ ਲੱਛਣ। ਔਰੰਗਜ਼ੇਬ ਨੂੰ ਹੱਠ ਬਿਰਤੀ ਹੋਈ ਸੀ, ਇਹ ਮਨਮੁਖ ਦਾ ਲੱਛਣ ਹੈ। ਹੱਠ ਬਿਰਤੀ ਦੇ ਨਾਲ ਉਸ ਨੇ ਜਿਹੜਾ ਕਹਿੰਦਾ ਸੀ ਵੀ ਮੈਂ 2 ਤੋਂ 1 ਕਰਨੇ ਆ, ਤੇ 1 ਕਰਦਾ ਕਰਦਾ ਮਰ ਗਿਆ। 2 ਤੋਂ 1 ਤਾਂ ਹੋਏ ਨਹੀਂ, 2 ਤੋਂ 3 4 5 ਹੋ ਗਏ ਗਾਹਾਂ, 2 ਤੋਂ 5 ਹੋ ਗਏ। ਮਹਾਰਾਜ ਜੀ ਨੇ 5 ਪਿਆਰੇ ਸਾਜ ਦਿੱਤੇ, ਪਰ ਉਹ 2 ਤੋਂ 1 ਨਹੀਂ ਕਰ ਸਕਿਆ। ਇਸੇ ਤਰ੍ਹਾਂ ਸਮੇਂ ਸਮੇਂ ਅਨੁਸਾਰ ਹੋਰਾਂ ਨੂੰ ਵੀ ਇਹ ਚਲੂਣੇ ਲੜੇ ਵੀ ਅਸੀਂ 2 ਤੋਂ 1 ਕਰ ਦਈਏ, ਹੋਰ ਕੋਈ ਨਾ ਹੋਵੇ। ਤਾਂ ਉਹ ਵੀ ਉਹਨਾਂ ਦੀ ਹੱਠ ਬਿਰਤੀ ਦਾ ਫਲ ਹੈ, ਜਿਹੜਾ ਉਹਨਾਂ ਮੂਰਖਾਂ ਨੂੰ, ਮਨਮੁਖਾਂ ਨੂੰ, ਭਾਵੇਂ ਉਹ ਦਰਜੇਦਾਰ ਧਨ ਸੰਪਤੀ, ਇਹ ਨਹੀਂ ਕਿ ਮੂਰਖ ਅਮੀਰ ਨਹੀਂ ਹੁੰਦਾ, ਅਮੀਰ ਵੀ ਬੜੇ ਬੜੇ ਮੂਰਖ ਹੁੰਦੇ ਆ। ਇਹ ਨਹੀਂ ਕਿ ਮੂਰਖ ਕੋਈ ਜਿਹੜਾ ਝੁੱਗੀ 'ਚ ਬੈਠਾ ਉਹੀ ਮੂਰਖ ਹੋਊਗਾ। ਡਾਕਟਰ ਅੰਬੇਦਕਰ ਵਰਗੇ ਝੁੱਗੀਆਂ 'ਚੋਂ ਉੱਠ ਕੇ ਸੰਵਿਧਾਨ ਦੇ ਨਿਰਮਾਤਾ ਹੋ ਗਏ, ਤੇ ਮੂਰਖ ਤਾਂ ਮਹਿਲਾਂ 'ਚ ਬੈਠੇ ਹਨ, ਵੱਡੇ ਵੱਡੇ ਹੱਠ ਬਿਰਤੀ ਵਾਲੇ ਮਹਿਲਾਂ 'ਚ ਵੀ ਬੈਠੇ ਆ ਮੂਰਖ। ਤਾਂ ਇਸ ਤਰ੍ਹਾਂ ਨਾਲ ਕਹਿੰਦੇ ਰਾਜਕਰਤਾ ਵੀ ਮੂਰਖ ਹੋ ਸਕਦੇ ਆ, ਧਰਮਾਚਾਰੀਆ ਵੀ ਮੂਰਖ ਹੋ ਸਕਦੇ ਆ। ਮੂਰਖਾਂ ਦਾ ਕੋਈ ਇਹ ਨਹੀਂ ਕਿ ਉਹ ਝੁੱਗੀਆਂ 'ਚ ਹੀ ਮਿਲਣਗੇ, ਜਾਂ ਸਾਰੇ ਸਿਆਣੇ ਬੰਦੇ ਇਹ ਨਹੀਂ ਹੈ ਕਿ ਗੁਰਦੁਆਰੇ ਹੀ ਮਿਲਣਗੇ, ਹੋਰ ਕਿਤੇ ਵੀ ਮਿਲ ਸਕਦੇ ਆ। ਮੂਰਖ ਗੁਰਦੁਆਰੇ ਵਾਲਿਆਂ 'ਚ ਵੀ ਹੋ ਸਕਦੇ ਆ। ਤਾਂ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਹੱਠ ਕਰਕੇ, ਹੱਠ ਬਿਰਤੀ ਦੁਆਰਾ ਕਹਿਣਾ ਕਿ ਮੇਰੀ ਗੱਲ ਨੂੰ ਮੰਨੋ, ਉਹਨਾਂ ਦੇ ਉੱਪਰ ਥੋਪਣਾ, ਤੇ ਉਹ ਥੋਪਿਆਈ ਹੱਠ ਬਿਰਤੀ ਦੇ ਨਾਲ ਕਹਿੰਦੇ ਭਾਈ ਮੂਰਖਾਂ ਦਾ ਅੰਤ ਹੋ ਜਾਂਦਾ ਹੈ। ਜਿਨ੍ਹਾਂ ਨੇ ਹੱਠ ਬਿਰਤੀ ਦੁਆਰਾ ਆਪਦੇ ਕਾਇਦੇ ਦੁਨੀਆ ਦੇ ਉੱਤੇ ਥੋਪਣ ਦੀ ਕੋਸ਼ਿਸ਼ ਕੀਤੀ, ਉਹ ਮੂਰਖਾਂ ਦੇ ਵਿੱਚ ਹੀ ਆਏ। ਭਾਵੇਂ ਉਹ ਰਾਵਣ ਸੀ, ਭਾਵੇਂ ਉਹ ਹੋਰ ਕੋਈ ਸੀ, ਕਹਿੰਦੇ ਉਹਨਾਂ ਦੀ ਹੱਠ ਬਿਰਤੀ ਚੱਲੀ ਨਹੀਂ ਹੈ, ਤੇ ਉਹਨਾਂ ਦਾ ਸਭ ਕੁਝ ਹੱਠ ਬਿਰਤੀ ਕਰਕੇ ਵਿਨਾਸ਼ ਹੋ ਗਿਆ, ਨਾਸ਼ ਹੋ ਗਿਆ। ਭੰਗ ਦੇ ਭਾਣੇ ਗਏ ਹਨ। ਜਿਵੇਂ ਭੰਗ ਦਾ ਭਾੜਾ ਲੱਦਣ ਦੇ ਵਿੱਚ ਔਖਾ ਹੁੰਦਾ, ਭਾਰ ਦੇ ਵਿੱਚ ਹੌਲਾ, ਤਾਂ ਕਹਿ ਦਿੰਦੇ ਭੰਗ ਦਾ ਭਾੜਾ। ਐਵੇਂ ਵਿਅਰਥ, ਭਾਵ ਕਿ ਭੰਗ ਜੇ ਕੋਈ ਕਹੇ ਭਾਈ ਢੋਣੀ ਹੈ ਤਾਂ ਉਹਨੂੰ ਕੀ ਢੋਊਗਾ, ਉਹਦੇ ਵਿੱਚ ਜਿਹੜੀ ਮੁਸ਼ੱਕਤ ਵੱਧ ਹੈ, ਕੱਢਣ ਪਾਉਣ ਨੂੰ ਕੁਝ ਵੀ ਨਹੀਂ। ਤਾਂ ਇਸ ਤਰ੍ਹਾਂ ਵਿਅਰਥ ਚਲੇ ਜਾਂਦੇ ਆ ਜਿਹੜੇ ਹੱਠ ਬਿਰਤੀ ਹਨ। ਚਤੁਰ ਕਰਮ ਮਨਮੁਖ ਕੇ ਅਹੀ, ਇਹੋ ਜਿਹੇ ਜਿਹੜੇ ਚਤੁਰ 4 ਕਰਮ ਮਨਮੁਖਾਂ ਦੇ ਉਪਰੋਕਤ ਉੱਪਰ ਕਹੇ ਹਨ, ਸਾਰੇ ਦੱਸੇ ਹਨ। ਕਹਿੰਦੇ ਇਹਨਾਂ ਨੂੰ ਤਿਆਗ ਦੇਵੇ ਜਿਹੜਾ ਚਤੁਰ ਪੁਰਖ ਹੈ। ਮਨਮੁਖਤਾਈ ਦੇ ਵਿੱਚ ਚਤੁਰਤਾਈ ਕੰਮ ਨਹੀਂ ਕਰਦੀ। ਚਤੁਰ ਪੁਰਖ ਇਹਨਾਂ 4 ਮਨਮੁਖ ਦੇ ਕਰਮਾਂ ਨੂੰ ਨਿੰਦਿਆ, ਚੁਗਲੀ, ਤੇ ਆਪਦੇ ਤੋਂ ਛੋਟੇ ਨੂੰ ਦੇਖ ਕਰਕੇ ਕਹਿਣਾ ਇਹ ਨਹੀਂ ਮੱਤ ਲੈ ਸਕਦਾ, ਵੱਡੇ ਮੱਤਵਾਨ ਤੋਂ ਕਹਿਣਾ ਇਹ ਕੀ ਹੈ, ਮੈਨੂੰ ਕੀ ਸਿਖਾਊਗਾ। ਇਹ ਜਿਹੜੇ 4 ਔਗਣ ਨੇ ਮਨਮੁਖ ਦੇ, ਇਹਨਾਂ ਨੂੰ ਤਿਆਗ ਦਵੇ। ਤਿਨ ਕੋ ਤਿਆਗ ਕਰੋ ਤੁਮ ਐਸੇ, ਮਹਾਰਾਜ ਕਹਿੰਦੇ ਜਾਪੂ ਵੰਸੀ ਤੇ ਭਗਤੀ ਉਹਰੇ ਖੱਤਰੀ ਨੂੰ ਕਹਿੰਦੇ ਇਹਨਾਂ ਨੂੰ ਤਿਆਗੋ ਭਾਈ, ਇਹ ਸਾਰੇ ਔਗਣ ਨੇ। ਸਿਸਨ ਵਿਖੇ ਤਰ ਪਤਰਨ ਜੈਸੇ, ਸਿਸਰ ਨਾਮ ਹੈ ਬਸੰਤ ਰੁੱਤ ਦਾ, ਪਤਝੜ ਰੁੱਤ ਦਾ, ਜਦੋਂ ਪੱਤੇ ਸਾਰੇ ਦਰਖਤ ਝਾੜਦੇ ਆ। ਜਿਵੇਂ ਕਹਿੰਦੇ ਪਤਝੜ ਰੁੱਤ ਦੇ ਵਿੱਚ ਸਾਰੇ ਪੱਤੇ ਦਰਖਤ ਛੱਡ ਦਿੰਦੇ ਆ ਨਾ, ਇਹਨਾਂ ਔਗਣਾਂ ਨੂੰ ਐਂ ਛੱਡ ਦੋ। ਇਸ ਤਰ੍ਹਾਂ ਦੀ ਪਤਝੜ ਰੁੱਤ ਲਿਆਓ ਆਪਦੇ ਕਰਮਾਂ ਦੇ ਵਿੱਚ ਵੀ, ਇਹ ਜਿਹੜੇ ਸਾਰੇ ਪੱਤੇ ਲੱਗੇ ਹੋਏ ਨੇ ਨਾ, ਇਹਨਾਂ ਵਿਕਰਮਾਂ ਦੇ ਸਾਰੇ ਲੈ ਜਾਣ। ਜਿਵੇਂ ਪਤਝੜ ਦੇ ਵਿੱਚ ਪੱਤੇ ਦਰਖਤ ਛੱਡ ਦਿੰਦੇ ਆ, ਇਹਨਾਂ ਔਗਣਾਂ ਦੇ ਪੱਤਿਆਂ ਨੂੰ ਤਿਆਗਣਾ ਪੈਣਾ ਹੈ। ਦੋਰਾ ਸਿੱਖਨ ਕੋ ਗੁਰਦੇਵ ਸਭ ਜਾਣੈ ਹੈ, ਮਨ ਕਰ ਨੀਵ, ਮਨ ਨੀਵਾ ਕਰਕੇ ਫਿਰ ਸਿੱਖਾਂ ਸਾਧੂਆਂ ਨੂੰ ਗੁਰਦੇਵ ਸਮਾਨ ਜਾਣ ਕੇ ਸੇਵਾ ਕਰੇ ਆਖਦੇ ਹਨ। ਧਰਮ ਕਿਰਤ ਕਰ ਜਗਤ ਮਹਿ, ਖਾਵੈ ਵੰਡ ਸਦੀਵ, ਧਰਮ ਦੀ ਕਿਰਤ ਕਰੇ, ਵੰਡ ਕੇ ਖਾਵੇ, ਤੇ ਸਦਾ ਪ੍ਰਸੰਨ ਰਹੇ। ਦੋਰਾ ਅਸੁਭ ਦੇਸ਼ ਗੁਰੂ ਕੋ ਸੁਨ ਕੇ, ਐਸਾ ਸੌਖਾ ਉਪਦੇਸ਼ ਸਤਿਗੁਰੂ ਸਾਹਿਬ ਜੀ ਦਾ ਸੁਣਨਾ ਕੀਤਾ ਸੀ। ਮੰਨਿਓ ਮਨ ਕੀਨੋ ਸ਼ੁਭ ਗੁਣ ਕੈ, ਮੰਨ ਕੇ ਫਿਰ ਸ਼ੁਭ ਵਿਚਾਰ ਕੇ ਵੀ ਇਹ ਭਲੇ ਵਾਲੀ ਚੀਜ਼ ਆ, ਚੰਗਾ ਮੇਰਾ ਫਾਇਦਾ ਹੀ ਹੈ ਇਹਦੇ ਵਿੱਚ, ਇਸ ਤਰ੍ਹਾਂ ਧਾਰਨ ਕਰ ਲਿਆ ਹੈ। ਬਰਤਨ ਲਗੇ ਜਗਤ ਮਹਿ ਐਸੇ, ਜਿਵੇਂ ਮਹਾਰਾਜ ਜੀ ਨੇ ਦੱਸਿਆ ਔਗਣਾਂ ਦੀ ਪਛਾਣ ਕਰਕੇ ਗੁਣਾ ਸੰਯੁਕਤ ਵਰਤਣ ਲੱਗ ਪਏ ਸੰਸਾਰ ਦੇ ਵਿੱਚ। ਇਹਨੂੰ ਕਹਿੰਦੇ ਜੀਵਨ 'ਚ ਪਲਟਾ ਆਉਣਾ, ਇਹਨੂੰ ਕਹਿੰਦੇ ਨੇ ਜੀਵਨ ਦੇ ਵਿੱਚ ਤਬਾਦਲਾ ਹੋਣਾ, ਜੀਵਨ ਦੇ ਵਿੱਚ ਫਰਕ ਪੈਣਾ। ਪਰ ਜਦੋਂ ਕੁਝ ਜੀਵਨ ਹੀ ਨਾ ਪਲਟਿਆ, ਜੀਵਨ 'ਚ ਕੋਈ ਫਰਕ ਹੀ ਨਾ ਆਇਆ, ਕੋਈ ਰਹਿਣੀ ਸਹਿਣੀ ਬਦਲੀ ਹੋਈ ਨਾ ਉਹਦੀ ਆਮ ਸੰਸਾਰ ਨਾਲੋਂ, ਫਿਰ ਉਹ ਤਾਂ ਆਮ ਲੋਕਾਂ ਵਰਗਾ ਹੀ ਆ। ਉਹਦੇ ਵਿੱਚ ਉਹਦਾ ਜੇ ਫੌਜ 'ਚ ਜਾ ਕੇ ਉਹ ਉਹਨਾਂ ਵਾਲੀ ਭਾਸ਼ਾ ਨਾ ਸਿੱਖੇ, ਉਹਨਾਂ ਵਾਲੀ ਪੈਰ ਚੱਕਣਾ ਨਾ ਸਿੱਖੇ, ਫਿਰ ਉਹਨਾਂ ਨੇ ਉਹ ਤੋਂ ਕੀ ਕਰਾਉਣਾ, ਉਹ ਤਾਂ ਫਿਰ ਆਮ ਲੋਕਾਂ ਵਰਗਾ ਹੀ ਆ। ਜਦੋਂ ਫੌਜ 'ਚ ਜਾਂਦਾ ਉਹ ਕਹਿੰਦੇ ਪਤਾ ਕੀ ਆ,
ਕਹਿੰਦੇ ਭਾਈ ਤੁਸੀਂ ਭੇਡਾਂ ਤੇ ਵੱਗ ਤੋਂ ਅੱਜ ਵੱਖਰੇ ਹੋ ਗਏ ਹੋ। ਜਦੋਂ ਪਹਿਲਾਂ 2 ਸਾਲ ਦੀ ਕੋਰਸ ਟ੍ਰੇਨਿੰਗ 'ਚ ਭੇਜਦੇ, ਕਹਿੰਦੇ ਅੱਜ ਤੁਸੀਂ ਭੇਡਾਂ ਦੇ ਵੱਗ ਤੋਂ ਵੱਖਰੇ ਹੋ ਗਏ ਹੋ। ਇਹ ਗੱਲ ਕਹਿੰਦੇ ਆ ਵੀ ਆਮ ਲੋਕਾਂ ਤੋਂ ਤੁਸੀਂ ਹੁਣ ਇੱਕ ਬਹੁਤ ਜ਼ਿੰਮੇਵਾਰੀ ਵਾਲੀ ਪੋਸਟ ਤੇ ਆ ਗਏ ਹੋ, ਜਿਹੜੀ ਨੂੰ ਆਮ ਲੋਕ ਨਹੀਂ ਨਿਭਾ ਸਕਦੇ। ਤਾਂ ਇਸ ਤਰ੍ਹਾਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਗੱਲ ਨੂੰ ਇਹਨਾਂ ਨੇ ਮੰਨ ਕੇ ਉਵੇਂ ਵਰਤਣਾ ਕੀਤਾ ਹੈ। ਜੀਵਨ 'ਚ ਪਲਟਾ ਆ ਗਿਆ, ਬਦਲ ਗਏ ਹਨ। ਕੇਵਲ ਹੋਵੇ ਪ੍ਰਾਪਤ ਜੈਸੇ, ਜਿਵੇਂ ਕਹਿੰਦੇ ਕੇਵਲ ਮੁਕਤੀ ਪ੍ਰਾਪਤ ਹੁੰਦੀ ਸੀ। 4 ਮੁਕਤੀਆਂ ਮੰਨੀਆਂ ਨਾ, ਸਾਲੋਕ, ਸਾਮੀਪ, ਸਾਜੁਜ। ਕੇਵਲ ਭਾਵ ਕੇ ਉਸ ਦਾ ਰੂਪ ਹੋ ਜਾਣਾ, ਉਹਦੇ ਦੇਸ਼ 'ਚ ਪਹੁੰਚ ਜਾਣਾ, ਉਹਦੇ ਨੇੜੇ ਹੋ ਜਾਣਾ, ਉਹਦੇ ਸਰੂਪ ਵਰਗਾ ਸਰੂਪ ਧਾਰਨ ਕਰ ਲੈਣਾ, ਉਹਦੇ ਵਿੱਚ ਭਿੰਨ ਭੇਦ ਰਹਿਣਾ ਹੀ ਨਾ, ਭੇਦ ਹੋ ਜਾਣਾ, ਉਹਨੂੰ ਕਹਿੰਦੇ ਕੇਵਲ। ਇਹ ਜਿਹੜਾ ਉਹਨਾਂ ਨੂੰ ਅਵਸਥਾ ਪ੍ਰਾਪਤ ਹੋ ਗਈ ਹੈ। ਸ਼ੀਹਾ ਗੱਜਣ ਦੋਨੋਂ ਭਾਈ, ਅੱਗੇ ਸ਼ੀਹਾ ਤੇ ਗੱਜਣ ਦੋਵੇਂ ਸਕੇ ਭਾਈ ਨੇ। ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਕੋਲ ਆਏ ਆ। ਸ਼ੀਹਾ ਤੇ ਗੱਜਣ ਦੋਵੇਂ ਸਕੇ ਭਾਈ ਹਨ। ਸੋ ਆਏ ਸਤਿਗੁਰ ਸਰਣਾਈ। ਇਹ ਵੀ ਕਰਤਾਰਪੁਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਚੱਲ ਕਰਕੇ ਆਏ ਆ ਸ਼ਰਨ ਦੇ ਵਿੱਚ। ਦਰਸ਼ਨ ਦੇਖਿਓ ਸ਼੍ਰੀ ਸੁਖਮ ਕੰਦਾ। ਸੁਖ ਦੇ ਮਹਾਨ ਮੂਲ ਜੜ ਨੇ ਜਿਹੜੇ ਗੁਰੂ ਨਾਨਕ ਦੇਵ ਮਹਾਰਾਜ। ਦੁੱਖਾਂ ਦੇ ਨਾਸ਼ਕ ਨੇ, ਸੁਖਾਂ ਦੀ ਜੜ ਨੇ। ਉਹਨੂੰ ਕਹਿੰਦੇ ਸੁਖ ਕੰਦਾ। ਕੰਦਾ ਨਾਮ ਜੜ ਦਾ। ਉਹਨਾਂ ਦੇ ਆ ਕੇ ਦਰਸ਼ਨ ਕੀਤੇ ਆ। ਕਰੀ ਵੰਦਨਾ ਪਦ ਅਰਵਿੰਦ। ਚਰਨ ਕਮਲਾਂ ਤੇ ਜਿਹੜੇ ਕੋਮਲਤਾ ਤੇ ਪਵਿੱਤਰਤਾ ਦਾ ਸੂਚਕ ਨੇ ਕਮਲ, ਉਹ ਜੇ ਚਰਨ ਆ ਕੇ ਨਮਸਕਾਰ ਕੀਤੀ ਐ। ਦੋਹਰਾ ਕਰ ਜੋਰੇ ਠਾਂਡੇ ਪਏ ਅਸਕੀਨੀ ਅਰਦਾਸ। ਹੱਥ ਜੋੜ ਕੇ ਖਲੋ ਕੇ ਇਸ ਤਰ੍ਹਾਂ ਬੇਨਤੀ ਕੀਤੀ ਮਹਾਰਾਜ ਜੀ ਦੇ ਅੱਗੇ। ਚਤੁਰ ਪਦਾਰਥ ਦੇਹੋ ਪ੍ਰਭ ਜਨਮ ਮਰਨ ਕਟ ਫਾਸ। ਗੱਲ ਹੀ ਬੜੀ ਇਹਨਾਂ ਨੇ ਵੱਡੀ ਕਹਿਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ। ਕਹਿਣ ਲੱਗੇ ਮਹਾਰਾਜ ਸਾਨੂੰ 4 ਪਦਾਰਥ ਵੀ ਦੇ ਦਿਓ ਤੇ ਸਾਡਾ ਜਨਮ ਮਰਨ ਵੀ ਕੱਟ ਦਿਓ। ਇਹਦੇ ਵਾਸਤੇ ਆਏ ਆ। ਕਹਿੰਦੇ ਹੁਣ ਮੁਕਤੋਂ ਮੁਕਤੀ ਕਿੱਥੋਂ ਕਿਸੇ ਨੂੰ ਜਾ ਕੇ ਇੱਥੇ ਦੁਕਾਨ ਤੇ ਕਹੀਏ ਮੈਨੂੰ 2 ਮੀਟਰ ਕੱਪੜਾ ਦੇ ਦੇ, ਇੱਕ ਪੱਗ ਦੇ ਦੇ 5 ਮੀਟਰ ਦੀ, ਕਿਹੜਾ ਦੇ ਦਊਗਾ? ਅਗਲਾ ਕਹੂਗਾ ਭਾਈ ਪੈਸੇ ਲੈ ਕੇ ਆ। ਇਹਦਾ ਜਿਹੜਾ ਮੁੱਲ ਚਾਹੀਦਾ ਹੈ ਮੁੱਲ ਲੈ ਕਰਕੇ ਆ। ਜਦੋਂ ਮੁੱਲ ਲਿਆਏਗਾ ਤੇ ਫਿਰ ਤੈਨੂੰ ਪ੍ਰਾਪਤ ਹੋਊਗੀ। ਤਾਂ ਇਸ ਤਰ੍ਹਾਂ ਆ ਕਰਕੇ ਇਹਨਾਂ ਨੇ ਬੜਾ ਵੱਡਾ ਖਜ਼ਾਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਮੰਗ ਲਿਆ। ਕਹਿੰਦੇ ਧਰਮ ਵੀ ਸਾਨੂੰ ਪ੍ਰਾਪਤ ਹੋ ਜਾਵੇ। 4 ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੈ ਸਦ ਗਾਵੇ। 4 ਪਦਾਰਥ ਕਿਹੜੇ ਨੇ? ਧਰਮ। ਧਰਮ ਹੈ ਸ਼ੁਭ ਇੱਛਾ। ਸ਼ੁਭ ਇੱਛਾ ਤੇ ਵਿਚਾਰ ਨੂੰ ਧਰਮ ਕਿਹਾ ਜਾਂਦਾ ਹੈ। ਵਿਚਾਰ ਕਰਨੀ ਗੱਲ ਦੀ, ਨਿਰਣੇ ਤੱਕ ਪਹੁੰਚਣਾ, ਤੇ ਸ਼ੁਭ ਇੱਛਾ ਮਨ ਦੇ ਵਿੱਚ ਰੱਖਣੀ, ਇਹਦਾ ਨਾਂ ਧਰਮ ਹੈ। ਲੋਭ ਦਾ ਤਿਆਗ ਤੇ ਲੋਭ ਰਹਿਤ ਹੋ ਕਰਕੇ ਸੰਤੋਖੀ ਬਿਰਤੀ ਦੁਆਰਾ ਪ੍ਰਮਾਤਮਾ ਦਾ ਸਿਮਰਨ ਕਰਨਾ, ਇਹਦਾ ਨਾਂ ਧਰਮ ਕਿਹਾ ਜਾਂਦਾ ਹੈ। ਇੱਕ ਤਾਂ ਇਹ ਮਹਾਰਾਜ ਸਾਨੂੰ ਪ੍ਰਾਪਤ ਹੋਵੇ, ਬੜੀ ਵੱਡੀ ਗੱਲ ਹੈ ਇਹ। ਤੇ ਦੂਜਾ ਸਾਨੂੰ ਅਰਥ। ਅਰਥ ਨਾਮ ਹੈ ਪਦਾਰਥ ਦਾ। ਅਰਥ ਨਾਮ ਹੈ ਪਦਾਰਥ ਦਾ। ਤੇ ਪਦਾਰਥ ਵੀ ਸਾਨੂੰ ਸਾਰਾ ਪਦਾਰਥ ਜੋ ਜ਼ਿੰਦਗੀ ਦੇ ਵਿੱਚ ਚਾਹੀਦਾ ਲੱਗਣਾ ਹੈ, ਤੇ ਉਹ ਸਾਨੂੰ ਜਿਹੜਾ ਮਹਾਰਾਜ ਤੋੜ ਨਾ ਆਵੇ। ਤੇ ਕਾਮ, ਸਾਡੀ ਕਾਮਨਾ ਵੀ ਪੂਰੀ ਹੋਵੇ ਹਰ ਪ੍ਰਕਾਰ ਨਾਲ। ਜੋ ਚਾਹੀਏ ਮਨ ਦੇ ਵਿੱਚ ਹੋਵੇ ਉਵੇਂ ਹੋਵੇ। ਤੇ ਮੋਖ ਸਾਡੀ ਮੁਕਤੀ ਵੀ ਹੋ ਜਾਵੇ, ਜਨਮ ਮਰਨ ਵੀ ਕੱਟਿਆ ਜਾਵੇ। ਤਾਂ ਇਹ ਸਾਰਾ ਕੁਝ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਆ ਕੇ ਅਰਦਾਸ ਕਰਕੇ ਇਹਨਾਂ ਨੇ ਜਿਹੜਾ ਮੰਗ ਲਿਆ। ਕਹਿੰਦੇ ਮਹਾਰਾਜ ਸਾਨੂੰ ਇਹ ਸਭ ਕੁਝ ਪ੍ਰਾਪਤ, ਐਸਾ ਸਾਨੂੰ ਜਿਹੜਾ ਉਪਦੇਸ਼ ਦੇਣਾ ਕਰੋ। ਦੋਰਾ ਤੁਮਰੇ ਸਰਨ ਨਾ ਅਪਰ ਉਦਰ। ਸਰਸ, ਸਰਸ ਤੁਹਾਡੇ ਅਨੁਸਾਰ, ਤੁਹਾਡੇ ਤੋਂ ਵੱਡਾ ਸਰਸ ਨਾਮ ਬਰਾਬਰ। ਤੁਹਾਡੇ ਬਰਾਬਰ ਕੋਈ ਵੀ ਹੋਰ ਨਹੀਂ ਹੈ ਵੱਡਾ ਦਾਨੀ ਉਦਾਰਾ ਦੇਣ ਵਾਲਾ। ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਹਮ ਭੀਖਕ ਭਿਖਾਰੀ ਤੇਰੇ, ਤੇਰੇ ਭਿਖਾਰੀ ਹਾਂ। ਤੁਹਾਡੇ ਤੋਂ ਵੱਡਾ ਕੋਈ ਕਰਤਾ, ਤੂੰ ਮੇਰਾ ਜਜਮਾਨ। ਇੱਕ ਦਖਣਾ ਹੋ ਤੈ ਪਹਿ ਮੰਗੋ। ਤੁਸੀਂ ਜਜਮਾਨ ਹੋ ਵੱਡੇ, ਤੁਹਾਡੇ ਕੋਲੋਂ ਇਹ ਮੰਗਦੇ ਆ, ਸਾਨੂੰ ਦੇਣਾ ਕਰੋ। ਜੋ ਜਾਚੇ ਸੋ ਦੇਹ ਦਤਾਰਾ। ਜੋ ਕੋਈ ਮੰਗਦਾ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਦੋਨਾਂ ਲੋਕਾਂ ਚੋਂ ਸੱਚ ਹੁੰਦਾ, ਐਵੇਂ ਹੀ ਨਹੀਂ ਹੈ ਫੁੱਸ ਠੁੱਸ ਕੰਮ ਬਈ ਐਵੇਂ ਹੀ ਹੈ ਕੋਈ ਖਾਲੀ ਤੁੱਕਾ ਤੀਰ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅਟਲ ਨੇ। ਕਹਿੰਦੇ ਦੋਨਾਂ ਲੋਕਾਂ 'ਚ ਜਿਹੜਾ ਕਹਿਤਾ ਫਿਰ ਵਰਸ਼ਰਾ ਫਾਲਾ ਨਹੀਂ, ਜਿਹੜਾ ਤੱਤਾ ਠੰਡਾ ਕਹਿਤਾ ਐ ਪੱਥਰ ਤੇ ਲਕੀਰ ਹੈ, ਪੱਕੀ ਮੋਹਰ ਹੈ। ਯੁੱਗ ਪਲਟ ਦਿੰਦੇ ਆ। ਕਹਿੰਦੇ ਬਚਨ ਐਸੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ, ਯੁੱਗ ਪਲਟਣ ਵਾਲੇ। ਯੁੱਗ ਪਲਟਤਾ ਸੱਚੇ ਪਾਤਸ਼ਾਹ ਜੀ ਨੇ।
ਇਸ ਤਰ੍ਹਾਂ ਕਹਿੰਦੇ ਤੁਹਾਡੇ ਦਾਤਾ ਜੀ ਬਚਨ ਹਨ, ਜੋ ਮੰਗੈ ਠਾਕੁਰ ਆਪਣੇ ਤੇ ਉਹੀ ਦੇਣ ਵਾਲੇ ਹੋ। ਆਸਾ ਧਰ ਅਰਦਾਸ ਬਖਾਨੇ। ਇਸੇ ਕਰਕੇ ਉੱਚਾ ਦਰ ਬਾਬੇ ਨਾਨਕ ਦਾ ਮੈਂ ਸੋਭਾ ਸੁਣ ਕੇ ਆਇਆ। ਇਸ ਕਰਕੇ ਉੱਚੇ ਦਰ ਤੇ ਮਹਾਰਾਜ ਜੀ ਆਏ ਆ ਸੋਭਾ ਸੁਣ ਕੇ ਤੁਹਾਡੀ। ਇਸੇ ਕਰਕੇ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਕਿ ਇੱਥੇ ਕੀਤੀ ਅਰਦਾਸ ਬਿਰਥੀ ਨਹੀਂ ਜਾਂਦੀ। ਅਸੀਂ ਆਸਾ ਧਾਰ ਕੇ ਆਏ ਆ, ਅਰਦਾਸ ਪੂਰੀ ਹੁੰਦੀ ਹੈ। ਪੂਰਨ ਕੀਜੈ ਸ੍ਰੀ ਗੁਣ ਖਾਨੀ। ਇਸ ਕਰਕੇ ਮਹਾਰਾਜ ਸਾਡੀ ਵੀ ਮਨਸਾ ਇਹ ਪੂਰੀ ਕਰੋ। ਸੁਰ ਕੇ ਸ੍ਰੀ ਗੁਰ ਗਿਰਾ ਅਲਾਈ। ਮਹਾਰਾਜ ਜੀ ਨੇ ਸੁਣ ਕੇ ਸਾਰੀ ਬੇਨਤੀ ਇਹਨਾਂ ਦੀ ਇਹਨਾਂ ਨੂੰ ਦੱਸੀ ਜੁਗਤੀ। ਲੋਚਨ ਕੋਰਨ ਕਰੁਣਾ ਕਛਾਈ। ਜਿਨ੍ਹਾਂ ਦੇ ਨੇਤਰਾਂ ਦੇ ਕੋਨਿਆਂ 'ਚ ਦਇਆ ਭਰੀ ਪਈ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਇਆ ਮਿਹਰ ਐਂ ਦੇ ਦਿੰਦੇ ਆ। ਜਦੋਂ ਦੇਣ ਤੇ ਆਉਂਦੇ ਆ ਕਹਿੰਦੇ ਫਿਰ ਮੁੱਲ ਮੱਲ ਵਿਚਾਰਦੇ ਹੀ ਨਹੀਂ। ਉਹ ਜਿਹੜੀ ਕਹਿੰਦੇ ਹੁੰਦੇ ਨਾ ਆਸ਼ਕ ਬਿਰਤੀ, ਉਹ ਫਿਰ ਮੁੱਲ ਮੱਲ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਵਿਚਾਰਦੇ। ਜਿਹਦੇ ਨਾਲ ਪ੍ਰੇਮ ਹੈ ਉਹਦੇ ਨਾਲ ਫਿਰ ਕਾਹਦਾ ਮੁੱਲ ਵਿਚਾਰਨਾ ਹੋਇਆ। ਫਿਰ ਮਹਾਰਾਜ ਮੁੱਲ ਨਹੀਂ ਦੇਖਦੇ ਹਨ। ਸਿਮਰੋ ਵਾਹਿਗੁਰੂ ਲਿਵ ਲਾਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲਿਵ ਲਾ ਕੇ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ, ਵਾਹਿਗੁਰੂ ਸ਼ਬਦ ਦਾ। ਇਹਨਾਂ ਨੂੰ ਇਹ ਨਹੀਂ ਕਿਹਾ ਵੀ ਜਪਜੀ ਸਾਹਿਬ ਪੜ੍ਹਿਆ ਕਰੋ, ਇਹ ਨਹੀਂ ਕਿਹਾ ਸਿੱਧ ਗੋਸ਼ਟ ਪੜ੍ਹਿਆ ਕਰੋ, ਇਹ ਨਹੀਂ ਕਿਹਾ ਹੋਰ ਕਰਿਆ ਕਰੋ। ਇਹਨਾਂ ਨੂੰ ਸਿਰਫ ਇੰਨਾ ਕਿਹਾ ਵੀ ਵਾਹਿਗੁਰੂ ਸ਼ਬਦ ਹੈ ਜਿਹੜਾ, ਇਹ ਜਿਹੜਾ ਮਨ ਲਾ ਕੇ ਜਿੰਨਾ ਕੁ ਸਿਮਰਿਆ ਜਾਵੇ ਥੋਤੋਂ ਭਾਈ ਸਿਮਰਿਆ ਕਰੋ। ਦੇ ਪਦਾਰਥ ਸੋ ਤੁਮ ਤਾਈ। ਇਹ ਸਾਰੇ ਪਦਾਰਥ ਵਾਹਿਗੁਰੂ ਹੈ ਨਾ ਜਿਹੜਾ ਸ਼ਬਦ, ਤੇ ਇਹ ਤੁਹਾਨੂੰ ਦੇ ਦਊਗਾ ਜਦੋਂ ਇਹਦਾ ਸਿਮਰਨ ਕਰੋਗੇ। ਕਿਉਂਕਿ ਚਾਰ ਯੁੱਗਾਂ ਦਾ, ਚਾਰੇ ਵੇਦਾਂ ਤੇ ਚਾਰੇ ਅੱਖਰਾਂ ਦਾ ਇਹ ਜਿਹੜਾ ਸ਼ਬਦ ਹੈ। ਜਿਵੇਂ ਸ਼ੇਸ਼ਨਾਗ ਰੋਜ਼ ਲੈਂਦਾ ਨਾ 1000 ਨਾਂ, 2000 ਜੀਭਾ ਦੇ ਨਾਲ 1000 ਨਾਂ ਰੋਜ਼ ਲੈਂਦਾ। ਸਹੰਸਰ ਵਿਸ਼ਨੂੰ ਸਹੰਸਰ ਨਾਮ ਵਾਲਾ। ਤੇ ਇਹ ਵਾਹਿਗੁਰੂ ਇੱਕ ਵਾਰੀ ਕਹਤਾ ਤੇ ਸ਼ੇਸ਼ਨਾਗ ਨੇ 1000 ਵਾਰੀ ਸਹੰਸਰ ਨਾਮ ਵਾਲਾ, ਤੇ ਬਰਾਬਰ ਹੈ। ਐਡਾ ਵੱਡਾ ਸ਼ਬਦ ਹੈ ਵਾਹਿਗੁਰੂ ਸ਼ਬਦ। ਸ਼ੇਸ਼ਨਾਗ ਤਾਂ ਰੋਜ਼ 1000 ਲੈਂਦਾ, ਰੋਜ਼ ਨਵੇਂ। ਤੇ ਗੁਰਮੁਖ ਹੈ ਜਿਹੜਾ ਲਿਵ ਲਾ ਕੇ ਇੱਕ ਵਾਰੀ ਵਾਹਿਗੁਰੂ ਕਹਿ ਦੇਵੇ, ਕਹਿੰਦੇ ਇਹਦੇ ਚਾਰੇ ਉਹਦੇ 1000 ਦੇ ਬਰਾਬਰ, ਇਹਦਾ ਇੱਕ ਵਾਰੀ ਹੈ। ਐਵੇਂ ਤਾਂ ਨਹੀਂ ਸਿੱਖ ਧਰਮ ਨੂੰ ਗੌਰਾ ਰੱਖਿਆ। ਸੱਚੇ ਪਾਤਸ਼ਾਹ ਕਹਿੰਦੇ ਨਹੀਂ ਹੋਰ ਕਹਿ ਦਿੰਦੇ ਆ, ਗੋਬਿੰਦ ਜਪ ਲਾ, ਰਾਮ ਜਪ ਲਾ, ਹੋਰ ਸ਼ਬਦ ਤਾਂ ਸਾਰੇ ਗੁਰੂ ਗ੍ਰੰਥ ਸਾਹਿਬ ਚ ਆਏ ਆ। ਪਰ ਵਾਹਿਗੁਰੂ ਗੁਰ ਸ਼ਬਦ, ਵਾਹਿਗੁਰੂ ਗੁਰਮੰਤਰ ਹੈ ਜਿਹੜਾ, ਇਹ ਗੁਰਮੰਤਰ ਹੈ। ਵਾਵਾ ਵਾਸਦੇਵ ਹਾਹਾ ਹਰੀ ਗੱਗਾ ਗੋਬਿੰਦ ਰਾਰਾ ਰਾਮ। ਸੰਪਰਦਾਇਕਤਾ ਤੌਰ ਤੇ ਇਹਦੇ ਇਸ ਤਰ੍ਹਾਂ ਅਰਥ ਕਰਦੇ ਆ। ਚਾਰੇ ਯੁੱਗਾਂ ਤੇ ਚਾਰੇ ਦਿਸ਼ਾਵਾਂ ਦਾ ਜਿਹੜਾ ਸਿਰਜਕ ਹੈ, ਕਹਿਣ ਤੋਂ ਭਾਵ ਚਾਰਾਂ ਅੱਖਰਾਂ ਤੋਂ ਵੀ, ਉਸ ਦਾ ਸ਼ਬਦ ਹੈ ਇਹ। ਕਹਿੰਦੇ ਲਿਵ ਲਾ ਕੇ ਵਾਹਿਗੁਰੂ ਵਾਹਿਗੁਰੂ। ਆ ਕਿੰਨੇ ਜਪਦੇ ਆ ਵਾਹਿਗੁਰੂ ਵਾਹਿਗੁਰੂ। ਜੇ ਉਹਨਾਂ ਨੂੰ ਕੋਈ ਵਿੱਚੋਂ ਲੱਭਦਾ ਹੈ ਤਾਂ ਹੀ ਜਪਦੇ ਆ, ਨਹੀਂ ਕਮਲੇ ਥੋੜੀ ਨੇ ਵੀ ਵਾਹਿਗੁਰੂ ਵਾਹਿਗੁਰੂ ਜਪੀ ਜਾਂਦੇ ਆ। ਕਮਲੇ ਥੋੜੀ ਨੇ। ਜੇ ਵਿੱਚੋਂ ਕੋਈ ਉਹਨਾਂ ਨੂੰ ਰਸ ਮਿਲਦਾ ਜਪਦਿਆਂ ਨੂੰ, ਕੋਈ ਕਾਰਜ ਸਿੱਧੀ ਹੁੰਦੀ ਹੈ ਤਾਂ ਹੀ ਅਗਲਾ ਜਪਦਾ ਨਾ। ਜੇ ਵਿੱਚੋਂ ਕੋਈ ਕਾਰਜ ਸਿੱਧੀ ਹੋਵੇ, ਤੇ ਜੇ ਕੋਈ ਕਾਰਜ ਸਿੱਧੀ ਨਾ ਹੋਵੇ, ਵਿੱਚ ਉਹਦੇ ਕਰੰਟ ਹੀ ਨਾ ਹੋਵੇ, ਤਾਂ ਫੇਰ ਉਹਦਾ ਕੀ ਜਪਣਾ। ਕੋਈ ਮੱਝ ਕਿਉਂ ਨਹੀਂ ਜਪੀ ਜਾਂਦਾ, ਗਾਂ ਕਿਉਂ ਨਹੀਂ ਜਪੀ ਜਾਂਦਾ, ਕੋਈ ਬਾਂਦਰ ਕੁੱਤਾ ਕਿਉਂ ਨਹੀਂ ਜਪੀ ਜਾਂਦਾ, ਹਾਥੀ ਸ਼ੇਰ ਕਿਉਂ ਨਹੀਂ ਜਪੀ ਜਾਂਦਾ। ਉਹ ਵੀ ਤਾਂ ਨਾਂ ਹੀ ਨੇ, ਉਹਨਾਂ ਨੂੰ ਕਿਉਂ ਨਹੀਂ ਜਪਦੇ। ਪਰ ਇਹ ਹਰੀ ਪਰਮਾਤਮਾ ਦਾ ਨਾਮ ਹੈ ਜਿਹੜਾ, ਹਰੀ ਪਰਮਾਤਮਾ ਦਾ ਨਾਮ ਜਪਿਆ ਜਿਹੜਾ ਅੰਤਰ ਬਿਰਤੀ ਜਾਗਦੀ ਹੈ, ਬਾਹਰ ਬਿਰਤੀ ਹੈ ਜਿਹੜੀ ਉਹ ਸੰਕੋਚੀ ਜਾਂਦੀ ਹੈ। ਉਹਨੂੰ ਕਹਿੰਦੇ ਆ ਕਮਲ ਸਿੱਧਾ ਹੋਣਾ। ਜਿਹੜਾ ਸੰਸਾਰਾਕਾਰ ਬਿਰਤੀ ਹੋ ਕੇ ਖਿੰਡੀਆ, ਕਮਲ ਪੁੱਠਾ ਹੋ ਗਿਆ। ਤੇ ਬ੍ਰਹਮਾਕਾਰ ਬਿਰਤੀ ਨਾਮ ਕਰਦਾ, ਕਹਿੰਦੇ ਕਮਲ ਅੰਦਰ ਨੂੰ ਸਿੱਧਾ ਹੋ ਕੇ ਖਿੜ ਗਿਆ। ਤਾਂ ਇਸ ਤਰ੍ਹਾਂ ਗੁਮਟਾਂ ਤੇ ਦੋ ਤਰ੍ਹਾਂ ਦੇ ਕਮਲ ਪਾਏ ਹੁੰਦੇ ਆ, ਇੱਕ ਥੱਲੇ ਨੂੰ ਬੰਦ, ਇੱਕ ਉੱਪਰ ਨੂੰ ਖੁੱਲਾ। ਕਦੇ ਦੇਖਿਓ ਗੁਮਟਾਂ ਤੇ ਧਿਆਨ ਕਰਕੇ ਵਾਸਤੂ ਕਲਾ ਦੇ ਵਿੱਚ, ਇੱਕ ਥੱਲੇ ਨੂੰ ਬੰਦ, ਇੱਕ ਉੱਤੇ ਨੂੰ ਖੁੱਲਾ। ਭਾਵ ਇਹੀ ਹੈ ਵੀ ਇੱਕ ਸੰਸਾਰਾਕਾਰ ਬਿਰਤੀ ਹੈ ਤੇ ਇੱਕ ਬ੍ਰਹਮਾਕਾਰ ਬਿਰਤੀ ਹੈ। ਇਹ ਵਾਹਿਗੁਰੂ ਸ਼ਬਦ ਹੈ ਜਿਹੜਾ ਉਹ ਸੰਸਾਰਾਕਾਰ ਤੋਂ ਬ੍ਰਹਮਾਕਾਰ ਬਿਰਤੀ ਬਣਾਉਂਦਾ ਤੇ ਚਾਰੇ ਪਦਾਰਥ ਦੇਣ ਵਾਲਾ ਸਿਰਜਕ ਹੈ। ਇਸ ਕਰਕੇ ਭਾਈ ਇਹ ਚਾਰੇ ਪਦਾਰਥ ਤੁਹਾਨੂੰ ਦੇ ਦਊਗਾ ਜਦੋਂ ਇਹਦਾ ਸਿਮਰਨ ਕਰੋਗੇ। ਕਹੇ ਸੋ ਯਾ ਕੋ ਅਰਥ ਬਤਾਵ। ਕਹਿਣ ਲੱਗੇ ਮਹਾਰਾਜ ਜੀ ਸਾਨੂੰ ਵਾਹਿਗੁਰੂ ਸ਼ਬਦ ਦਾ ਅਰਥ ਦੱਸੋ, ਇਹਦਾ ਅਰਥ ਕੀ ਹੈ। ਦੇ ਉਪਦੇਸ਼ ਭਲੇ ਸਮਝਾਵ। ਭਲੀ ਪ੍ਰਕਾਰ ਨਾਲ ਸਾਨੂੰ ਸਮਝਾ ਦਿਓ ਸਾਰਾ ਅਰਥ। ਤਬ ਸ੍ਰੀ ਨਾਨਕ ਅਰਥ ਬਖਾਨਾ। ਹੁਣ ਅਰਥ ਦੱਸਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਤੋਂ। ਜੇ ਕੋਈ ਪੁੱਛ ਲਵੇ ਵੀ ਵਾਹਿਗੁਰੂ ਦਾ ਅਰਥ ਕੀ ਹੈ, ਕਿਹੜਾ ਕਿਵੇਂ ਦੱਸਾਂਗੇ, ਕੀ ਅਰਥ ਦੱਸਾਂਗੇ। ਕੋਈ ਆ ਕੇ ਆਪਾਂ ਨੂੰ ਕਹੇ ਵੀ ਵਾਹਿਗੁਰੂ ਦਾ ਅਰਥ ਦੱਸੋ ਸਾਨੂੰ, ਤੇ ਹੁਣ ਅਗਲੇ ਨੇ ਜੇ ਗਾਂ ਪੜ੍ਹਿਆ ਵੀ ਹੋਵੇ, ਪੜ੍ਹ ਕੇ ਆ ਕੇ ਆਪਣੇ ਤੋਂ ਪੁੱਛ ਲਵੇ ਯਾਦ ਕਰਕੇ ਵੀ ਵਾਹਿਗੁਰੂ ਦਾ ਅਰਥ ਕੀ ਹੈ। 60 ਪ੍ਰਕਾਰ ਕਰਕੇ ਵਾਹਿਗੁਰੂ ਦੇ ਅਰਥ ਲਾਏ ਗਏ ਆ ਸਾਧ ਸੰਗਤ ਜੀ। ਵੱਡੇ ਛੋਟੇ 60 ਤਰ੍ਹਾਂ ਦੇ ਅਰਥ ਲਾਏ ਆ ਵਾਹਿਗੁਰੂ ਦੇ। ਇੱਥੇ ਮਹਾਰਾਜ ਜੀ 1-2 ਭਾਵ ਨਾਲ ਦੱਸਦੇ ਆ, ਬਹੁਤ ਪ੍ਰਕਾਰੀ ਅਰਥ ਨੇ। ਪਰ ਜਿਹੜਾ ਮੇਨ ਅਰਥ ਹੈ
ਉਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਵਾਹਿਗੁਰੂ ਦਾ ਦੱਸਦੇ ਆ, ਕਿਉਂਕਿ ਜਿਹੜਾ ਮੰਤਰ ਅਸੀਂ ਜਪਦੇ ਹੋਈਏ ਮੂਲ ਹੋਵੇ, ਸਾਨੂੰ ਦੀਕਸ਼ਿਤ ਹੋ ਕੇ ਮਿਲਿਆ ਹੋਵੇ, ਉਹਦਾ ਅਰਥ ਭਾਵ ਵੀ ਸਾਨੂੰ ਪਤਾ ਹੋਣਾ ਚਾਹੀਦਾ। ਜੇ ਅਰਥ ਭਾਵ ਤੋਂ ਬਿਨਾਂ ਹੀ ਜਪੀ ਜਾਵਾਂਗੇ, ਕੋਈ ਪੁੱਛੇ ਉਹਨੂੰ ਕੀ ਜਵਾਬ ਦੇਵਾਂਗੇ? ਅਗਲਾ ਕੋਈ ਹੀ ਜਪੀ ਜਾਂਦੇ ਆ, ਤੂੰ ਤਾਂ ਰਟਣ, ਨਾ ਅਰਥ ਦਾ ਪਤਾ, ਨਾ ਭਾਵ ਦਾ ਪਤਾ, ਨਾ ਇਹਦੀ ਧਾਤ ਦਾ ਪਤਾ ਵੀ ਕਿੱਥੋਂ ਬਣਿਆ, ਕਿਵੇਂ ਬਣਿਆ, ਨਾ ਇਹਦੀ ਕੰਪੈਸਿਟੀ ਦਾ ਪਤਾ ਵੀ ਕੀ ਕੰਪੈਸਿਟੀ ਹੈ, ਤੇ ਉਦਾਂ ਹੀ ਜਪੀ ਜਾਂਦੇ ਆ। ਤੇ ਸਤਿਗੁਰੂ ਸਾਹਿਬ ਜੀ ਨੂੰ ਕਹਿੰਦੇ ਸਾਨੂੰ ਅਰਥ ਦੱਸੋ। ਨਾ ਇਹਦੀ ਪਾਵਰ ਦਾ ਪਤਾ, ਕੋਈ ਮੋਟਰ ਚਲਾਈ ਜਾਵੇ ਤੇ ਉਹਨੂੰ ਪਾਵਰ ਦਾ ਪਤਾ ਹੀ ਨਾ ਹੋਵੇ, ਕੋਈ ਪੁੱਛੇ ਇਹਦੀ ਕਿੰਨੀ ਪਾਵਰ, ਕਿੰਨੀ ਹਾਰਸ ਪਾਵਰ ਹੈ, ਉਹ ਕਹੇ ਮੈਨੂੰ ਤਾਂ ਪਤਾ ਹੀ ਨਹੀਂ, ਉਹਦੇ ਚਲਾਏ ਦਾ ਕੀ ਫਾਇਦਾ। ਤਾਂ ਇਸ ਤਰ੍ਹਾਂ ਹੀ ਨਾਮ ਜਪੇ ਤੇ ਕੰਪੈਸਿਟੀ ਦਾ ਵੀ ਪਤਾ ਹੋਣਾ ਚਾਹੀਦਾ, ਉਹਦਾ ਭਾਵ ਵੀ ਪਤਾ ਹੋਣਾ ਚਾਹੀਦਾ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੱਸਦੇ ਹਨ ਇਹਨਾਂ ਨੂੰ ਅਰਥ, ਜੇ ਸਿਮਰੇ ਸੇ ਨਰਮਤਵਾਨ। ਜਿਹੜੇ ਅਰਥ ਸਹਿਤ ਸ਼ੀਹੇ ਤੇ ਗੱਜਣ ਨੇ ਪੁੱਛਿਆ ਨਾ, ਇਹ ਸ਼ੀਹੇ ਤੇ ਗੱਜਣ ਨੂੰ ਦੱਸਦੇ ਆ। ਕਹਿੰਦੇ ਜਿਹੜੇ ਸਿਮਰਨ ਕਰਦੇ ਆ ਵਾਹਿਗੁਰੂ ਨਾਮ ਸ਼ਬਦ ਦਾ, ਕਹਿੰਦੇ ਉਹ ਮਤਵਾਨ, ਗਿਆਨਵਾਨ, ਉੱਚੀ ਮੱਤ ਵਾਲੇ ਹੋ ਜਾਂਦੇ ਆ। ਪਹਿਲਾਂ ਤਾਂ ਉੱਚੀ ਮੱਤ ਦੁਆਰਾ ਹੀ ਜਪਦੇ ਆ, ਕਿਉਂਕਿ ਨੀਵੀਂ ਮੱਤ ਦੁਆਰਾ ਨਹੀਂ ਜਪਿਆ ਜਾਂਦਾ। ਤੇ ਉੱਚੀ ਮੱਤ ਵਾਲੇ ਕਹਿੰਦੇ ਹੋਰ ਉੱਚੀ ਮੱਤ ਹੋ ਜਾਂਦੇ ਆ। ਮਨਾਹੀ ਨੀਵੀਂ ਮੱਤ ਵਾਲਿਆਂ ਨੂੰ ਵੀ ਨਹੀਂ। ਜਿਹੜਾ ਵੀ ਕੋਈ ਪੜ੍ਹਿਆ ਅਨਪੜ੍ਹਿਆ ਉੱਚੀ ਨੀਵੀਂ ਮੱਤ ਵਾਲਾ ਜਪੂਗਾ ਭਾਵਨਾ ਨਾਲ, ਉਹ ਪਾਰ ਹੈ, ਤਾਰਕ ਹੈ, ਨੇ ਰਸ਼ਨਾਈ ਕਰ ਦੇਣੀ ਹੈ। ਬਿਜਲੀ ਦਾ ਬਲਬ ਕੁੱਲੀ 'ਚ ਜਗਾ ਦੋ, ਉੱਥੇ ਵੀ ਉਹਨੇ ਚਾਨਣ ਕਰ ਦੇਣਾ ਹੈ। ਕੋਠੀ 'ਚ ਜਗਾ ਦੋ, ਉੱਥੇ ਵੀ ਕਰ ਦੇਣਾ ਹੈ। ਸੋਨੇ ਦੇ ਮਹਿਲ 'ਚ ਜਗਾ ਦੋ, ਪਹਾੜਾਂ ਤੇ ਜਗਾ ਦੋ, ਉਹਨੇ ਤਾਂ ਪ੍ਰਕਾਸ਼ ਨੇ ਪ੍ਰਕਾਸ਼ਕਾਰੀ ਦੇਣਾ। ਭਾਵੇਂ ਥੱਲੇ ਨੂੰ ਭੋਰੇ ਦੇ ਵਿੱਚ ਜਗਾ ਦੋ, ਉੱਥੇ ਵੀ ਉਹਨੇ ਚਾਨਣ ਕਰ ਦੇਣਾ। ਭਾਵੇਂ ਸੱਤਵੇਂ ਚਵਾਰੇ 'ਚ ਜਗਾ ਦੋ, ਉੱਥੇ ਵੀ ਉਹਨੇ ਚਾਨਣ ਕਰ ਦੇਣਾ। ਇਸ ਤਰ੍ਹਾਂ ਨਾਲ ਜਿਹੜਾ ਨਾਮ ਹੈ, ਕਹਿੰਦੇ ਚਾਨਣ ਕਰਨ ਵਾਲਾ, ਮਤਵਾਨ ਹੋ ਜਾਂਦੇ ਨੇ ਉਹ ਪੁਰਖ ਜਿਹੜੇ ਇਸ ਸ਼ਬਦ ਦਾ ਕਹਿੰਦੇ ਜਾਪ ਕਰਦੇ ਹਨ। ਦੋਹਰਾ ਵਾਸੁਦੇਵ ਆਵਾ ਵਰਨ, ਹਾਹਾ ਹਰ ਤੇ ਲੀਨ। ਵਾਸਦੇਵ ਜਲ ਥਲ ਮਹਿ ਰਵਿਆ, ਗੁਰ ਪ੍ਰਸਾਦ ਕਿਨੈ ਬਿਰਲੇ ਗਵਿਆ। ਵੱਵਾ ਵੈਰ ਨਾ ਕਰੀਐ ਕਾਹੂ, ਘਟ ਘਟ ਅੰਤਰ ਬ੍ਰਹਮ ਸਮਾਹੂ। ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ। ਤਾਂ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਸਾਰੇ ਰਮਿਆ ਹੋਇਆ ਉਸ ਵਾਸਦੇਵ ਤੋਂ ਵਾਵਾ ਲੈਣਾ ਕੀਤਾ ਹੈ। ਪਰਮਾਤਮਾ ਦੇ ਵਾਸਦੇਵ, ਵਾਸਦੇਵ ਨਾਮ ਹੈ ਜਿਹੜਾ ਸਾਰੇ ਵਸਿਆ ਰਮਿਆ ਹੋਇਆ, ਮੂਲ ਪੰਜ ਤੱਤਾਂ ਤੋਂ ਪੰਜ ਪ੍ਰਕਾਰੀ 25 ਪ੍ਰਕਾਰੀ ਪ੍ਰਕਿਰਤੀ ਵੰਡਣ ਵਾਲਾ ਹੈ ਜਿਹੜਾ, ਉਹਨੂੰ ਕਹਿੰਦੇ ਵਾਸਦੇਵ। ਪੰਜ ਮੂਲ ਤੱਤਾਂ ਤੋਂ 25 ਪੰਚੀਕਰਨ ਕਰਕੇ ਪ੍ਰਕਿਰਤੀ ਵੰਡ ਕੇ ਸੰਸਾਰ ਚਲਾਉਣ ਵਾਲਾ, ਉਹਨੂੰ ਕਹਿੰਦੇ ਵਾਸਦੇਵ। ਕਹਿੰਦੇ ਵਾਸਦੇਵ ਤੋਂ ਵਾਵਾ ਤੇ ਹਾਹਾ ਹਰ। ਹਰ ਦਾ ਭਾਵ ਕੀ ਹੈ? ਹਰ ਦਾ ਨਾਮ ਹੈ ਹਰਾ ਕਰ ਦੇਣ ਵਾਲਾ। ਹਰ ਦਾ ਨਾਮ ਹੈ ਵਿਕਾਰਾਂ ਤੋਂ ਹਰਾ ਦੇਣ ਵਾਲਾ। ਹਰ ਦਾ ਭਾਵ ਹੈ ਮਾਰ ਦੇਣ ਵਾਲਾ। ਹਰ ਦਾ ਨਾਮ ਹੈ ਜਿੱਤ ਲੈਣ ਵਾਲਾ। ਤੇ ਕਹਿੰਦੇ ਉਹ ਜਿਹੜਾ ਹਰ ਤੋਂ ਹਾਹਾ ਲੈਣਾ ਕੀਤਾ ਹੈ, ਐਸਾ ਕਹਿੰਦੇ ਵਾਹੇ ਬਣਾਉਣਾ ਕੀਤਾ ਹੈ। ਵਾਸਦੇਵ ਤੋਂ ਵਾਵਾ ਤੇ ਐਸੇ ਅਰਥ ਵਾਲੇ ਹਰ ਤੋਂ ਕਹਿੰਦੇ ਹਾਹਾ ਲੈ ਕੇ ਇਹਦੇ ਵਿੱਚ ਪਾਇਆ ਹੈ। ਸਰਬਲੋਕ ਗ੍ਰੰਥ ਦੇ ਵਿੱਚ ਸਤਿਗੁਰੂ ਸਾਹਿਬ ਜੀ ਇੱਕ ਥਾਂ ਕਹਿੰਦੇ ਆ ਲਿਖਦੇ ਹੋਏ, ਕਹਿੰਦੇ ਕਲਪ ਕਲਪ ਪ੍ਰਤੀ ਅਕਸ਼ਰ ਕਹਾ, ਸੋ ਧੁਨ ਪੂਰ ਜਗਤ ਮੋ ਰਹਾ। ਕਹਿੰਦੇ ਇਸ ਇੱਕ ਇੱਕ ਅੱਖਰ ਤੇ ਪਹਿਲਾਂ ਆਪ ਇੰਨਾ ਤਪ ਕੀਤਾ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸ਼ੋਂ ਬਣ ਆਈ। ਗੁਰੂ ਨਾਨਕ ਦੇਵ ਜੀ ਨੇ ਵਾਸਦੇਵ ਹਰੀ ਗੋਬਿੰਦ ਤੇ ਰਾਮ, ਕਹਿੰਦੇ 72 ਯੁੱਗਾਂ ਤੱਕ ਬੇਅੰਤ ਇਸ ਦਾ ਰਿੜਕਣ ਮੰਥਨ ਕੀਤਾ, ਅਰਥ ਭਾਵ ਨੂੰ ਜਾਣ ਕੇ ਆਰਾਧਨ ਕੀਤਾ। ਕਹਿੰਦੇ ਬੇਅੰਤ ਤਪੱਸਿਆ ਕੀਤੀ, ਤਾਂ ਹੀ ਉਸ ਦਾ ਰੂਪ ਹੋਏ। ਤਾਂ ਹੀ ਉਹਨੇ ਨਹੀਂ ਹੋਰ ਕਿਸੇ ਦੀ ਡਿਊਟੀ ਕਿਉਂ ਨਾ ਲਾਤੀ, ਕਿਸੇ ਹੋਰ ਨੂੰ ਕਿਉਂ ਨਾ ਕਹਤਾ ਵੀ ਜਾ ਕੇ ਤੂੰ ਹੀ ਚਲਾ ਦੇ ਇਹ ਧਰਮ, ਤੂੰ ਹੀ ਚੱਲਦੇ। ਜਾ ਕੇ ਪੰਜ ਪਿਆਰੇ ਸਾਜ ਦੇ ਬਥੇਰੇ ਬੈਠੇ ਸਨ, ਪਰ ਉਹਨੂੰ ਹੀ ਕਿਹਾ। ਤਾਂ ਫੇਰ ਕਹਿੰਦੇ ਉਹ ਧੁਨੀ ਆਵਾਜ਼ ਸੰਸਾਰ ਦੇ ਵਿੱਚ ਵਾਹਿਗੁਰੂ ਰੂਪ ਮੰਤਰ ਹੋ ਕੇ ਜਿਹੜੀ ਸੰਸਾਰ ਦੇ ਵਿੱਚ ਸਿੱਖੀ ਦੁਆਰਾ ਸਿੱਖਾਂ ਦੇ ਵਿੱਚ ਪ੍ਰਵਿਰਤ ਹੋਈ। ਜਿਹੜਾ ਇਹ ਵਾਹਿਗੁਰੂ ਸ਼ਬਦ ਹੈ ਐਵੇਂ ਹੀ ਨਹੀਂ ਹੈ, ਕੋਈ ਵੀ ਸ਼ਬਦ ਐਵੇਂ ਨਹੀਂ ਹੈ, ਪਰ ਸਾਰਿਆਂ ਦਾ ਮੁੱਖ ਸਰਮੌਰ ਇੱਕ ਬੀਜ ਮੰਤਰ ਹੁੰਦਾ ਹੈ। ਬੀਜ ਮੰਤਰ ਸਰਬ ਕੋ ਗਿਆਨ, ਚਹੁ ਵਰਨਾ ਮੈਂ ਜਪੇ ਕੋ ਨਾਮ। ਬਾਕੀ ਜਿਹੜੇ ਸ਼ਬਦ ਨੇ ਨਾ ਜਿੰਨੇ ਵੀ, ਉਹਨਾਂ ਨੂੰ ਸ਼ੂਦਰ ਨੂੰ ਜਪਣ ਦਾ ਅਧਿਕਾਰ ਨਹੀਂ ਦਿੱਤਾ ਮਨੋ ਸਿਮਰਤੀ ਨੇ। ਨਾ ਰਾਮ, ਨਾ ਗੋਬਿੰਦ, ਨਾ ਵਾਸਦੇਵ, ਨਾ ਮਾਧੋ, ਨਾ ਗੋਪਾਲ, ਨਾ ਕ੍ਰਿਸ਼ਨ। ਸ਼ਡਿਊਲ ਕਾਸਟ ਨੂੰ ਜਪਣ ਦਾ ਅਧਿਕਾਰ ਨਹੀਂ ਉਹਦਾ ਦਿੱਤਾ, ਸ਼ੂਦਰ ਨੂੰ ਜਪਣ ਦਾ ਅਧਿਕਾਰ ਨਹੀਂ ਦਿੱਤਾ ਹੈ ਮਨੋ ਸਿਮਰਤੀ ਨੇ। ਪਰ ਇਹ ਧੰਨ ਗੁਰੂ ਨਾਨਕ ਸਾਹਿਬ ਹੀ ਨੇ ਜਿਨ੍ਹਾਂ ਨੇ ਵਾਹਿਗੁਰੂ ਲਫ਼ਜ਼ ਬਾਕੀ ਮੰਤਰਾਂ ਤੋਂ ਅਟੱਲ ਤੇ ਉੱਚਾ ਬਣਾ ਕਰਕੇ ਹਰ ਇੱਕ ਨੂੰ ਜਪਣ ਦਾ ਅਧਿਕਾਰ ਦਿੱਤਾ।
ਪੰਜਾਂ ਜਾਤਾਂ ਨੂੰ ਇੱਕ ਥਾਂ ਇਕੱਠੀਆਂ ਕਰਕੇ ਵਾਹਿਗੁਰੂ ਸ਼ਬਦ ਦੇ ਕੇ ਇਸ ਦੇ ਜਪਣ ਦਾ ਅਧਿਕਾਰ ਦਿੱਤਾ। ਇਹ ਵਾਧਾ ਹੈ। ਉਹਨਾਂ ਦੇ ਵਿੱਚ ਇਹ ਘਾਟਾ ਹੈ ਕਿ ਉਹਨਾਂ ਨੇ ਸ਼ੂਦਰ ਨੂੰ ਜਪਣ ਦਾ ਅਧਿਕਾਰ ਨਹੀਂ ਦਿੱਤਾ। ਇਸ ਕਰਕੇ ਸਤਿਗੁਰੂ ਸਾਹਿਬ ਜੀ ਨੂੰ ਉਦੋਂ ਵੱਡੀ ਦਵਾਈ ਬਣਾ ਕੇ ਸਾਰਿਆਂ ਤੇ ਅਧਿਕਾਰਤ ਕਰਨ ਵਾਸਤੇ ਇਹ ਜਿਹੜਾ ਵਾਹਿਗੁਰੂ ਸ਼ਬਦ ਸਾਰਿਆਂ ਨੂੰ ਜਪਣ ਨੂੰ ਦਿੱਤਾ। ਸੱਚੇ ਪਾਤਸ਼ਾਹ ਕਹਿੰਦੇ ਖੱਤਰੀ ਬ੍ਰਾਹਮਣ ਸੂਦ ਵੈਸ ਉਧਰੇ ਸਿਮਰ ਚੰਡਾਲ। ਦੇਖੋ, ਜਿਉਂ ਕਿਸੇ ਨੂੰ ਚੰਡਾਲ ਕਹਿ ਦਈਏ ਅਗਲਾ ਕਹਿੰਦਾ ਤੂੰ ਮੈਨੂੰ ਚੰਡਾਲ ਕਹਿਣਾ। ਜੇ ਚੰਡਾਲਾਂ ਵਾਲੇ ਕਰਮ ਹੋਣਗੇ ਚੰਡਾਲ ਹੀ ਕਹੂਗਾ। ਚੰਡਾਲ ਹੋਵੇ ਕਹਿੰਦੇ ਚੰਡਾਲ ਬਿਰਤੀ ਦਾ। ਉਧਰੇ ਸਿਮਰ ਚੰਡਾਲ, ਬਾਲਮੀਕ ਵਰਗੇ ਚੰਡਾਲ ਵੀ ਉਧਰ ਗਏ ਜਿਹੜੇ ਰੋਜ਼ ਲੋਕਾਂ ਨੂੰ ਮਾਰਦੇ ਸੀ, ਲੁੱਟਦੇ ਸੀ, ਡਾਕੂ ਧੜਵੈੜ ਸਨ। ਤੇ ਕਹਿੰਦੇ ਜਿਨ ਜਾਣਿਓ ਪ੍ਰਭ ਆਪਣਾ ਨਾਨਕ ਤਿਸੇ ਰਵਾਲ। ਜਿਹਨੇ ਵੀ ਜਪ ਕਰਕੇ ਆਪਣੇ ਪ੍ਰਭੂ ਦੇ ਨਾਲ ਪ੍ਰੀਤੀ ਪਾ ਲਈ ਕਹਿੰਦੇ ਮੈਂ ਉਹਦੇ ਚਰਨਾਂ ਦੀ ਧੂੜੀ ਬਣਨ ਨੂੰ ਤਿਆਰ ਹਾਂ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ। ਤਾਂ ਇਸ ਤਰ੍ਹਾਂ ਇਹ ਨਾਮ ਦਾ ਜਿਹੜਾ ਮਹੱਤਵ ਹੈ, ਕਹਿੰਦੇ ਨਾਮ ਮਹਾਤਮ ਸ਼ੰਕਰ ਜਾਣਤ ਲੀਨ ਹਲਾਹਲ ਕੰਠ ਪੁਚਾਈ। ਨਾਮ ਮਹਾਤਮ ਸ਼ੇਸ਼ਹਿ ਜਾਣਤ ਪਰਸੂਨਿਓ ਸੋ ਧਰ ਲੀਨ ਉਠਾਈ। ਕਹਿੰਦੇ ਨਾਮ ਦਾ ਮਹੱਤਵ ਸ਼ਿਵ ਜੀ ਜਾਣਦਾ, ਜਿਹਨੇ ਜ਼ਹਿਰ ਕੰਠ ਦੇ ਵਿੱਚ ਰੱਖਿਆ। ਜ਼ਹਿਰ ਉਹਦੇ ਹਿੱਸੇ ਆਇਆ ਨਾ ਜਦੋਂ ਸਮੁੰਦਰ ਮੰਥਨ ਕੀਤਾ। ਸਾਰੇ ਕਹਿੰਦੇ ਆਹ ਲੈ ਲਿਆ, ਉਹ ਲੈ ਲਿਆ, ਚੱਕ ਕੇ ਭੱਜ ਗਏ। ਜਦ ਜ਼ਹਿਰ ਪਿਆ ਰਹਿ ਗਿਆ ਕਹਿੰਦੇ ਇਹ ਕੌਣ ਲਏ? ਕਹਿੰਦੇ ਇਹ ਤਾਂ ਉਹੀ ਲਊਗਾ ਜਿਹਦਾ ਬਹੁਤ ਨਾਮ ਜਪਿਆ ਹੋਊਗਾ। ਉਹ ਕਹਿੰਦੇ ਫਿਰ ਨਾਮ ਦੇ ਆਸਰੇ ਨਾਲ ਉਹ ਸ਼ਿਵ ਜੀ ਨੇ ਕੰਠ 'ਚ ਪਚਾਇਆ ਜ਼ਹਿਰ। ਕੋਈ ਨਹੀਂ ਪਚਾ ਸਕਿਆ, ਇੰਦਰ ਵੀ ਨਹੀਂ ਪਚਾ ਸਕਿਆ, ਨਾਲੇ ਉਹਦੇ ਕੋਲ ਅੰਮ੍ਰਿਤ ਸੀਗਾ ਪਰ ਉਹ ਪਚਾ ਨਹੀਂ ਸਕਿਆ। ਕਹਿੰਦੇ ਨਾਮ ਦੇ ਮਹੱਤਵ ਨੂੰ ਸ਼ਿਵ ਜੀ ਜਾਣਦਾ। ਨਾਮ ਦੇ ਮਹੱਤਵ ਨੂੰ ਕਹਿੰਦੇ ਸ਼ੇਸ਼ਨਾਗ ਜਾਣਦਾ, ਜਿਹਨੇ ਧਰਤੀ ਨੂੰ ਫੁੱਲ ਦੀ ਤਰ੍ਹਾਂ ਸਿਰ ਤੇ ਚੱਕਿਆ ਹੋਇਆ। ਕਾਹਦੇ ਕਰਕੇ? ਕਹਿੰਦੇ ਨਾਮ ਦੇ ਪ੍ਰਤਾਪ ਕਰਕੇ। ਇਸ ਕਰਕੇ ਨਾਮ ਦਾ ਪ੍ਰਤਾਪ ਕਹਿੰਦੇ ਬਹੁਤ ਵੱਡਾ ਹੈ, ਬਹੁਤ ਉੱਚਾ ਹੈ, ਬਹੁਤ ਸੁੱਚਾ ਹੈ। ਤੇ ਇਸ ਤਰ੍ਹਾਂ ਕਹਿੰਦੇ ਵਾਸਦੇਵ ਤੋਂ ਵਾਵਾ ਤੇ ਹਰੀ ਤੋਂ ਕਹਿੰਦੇ ਹਾਹਾ ਲੈ ਕਰਕੇ ਬਣਾਇਆ ਹੈ ਵਾਹੇ। ਗੱਗਾ ਗੋਬਿੰਦ ਤੇ ਲਿਓ ਰਾਰਾ ਰਾਮ ਪ੍ਰਵੀਨ। ਤੇ ਇਸ ਤਰ੍ਹਾਂ ਨਾਲ ਕਹਿੰਦੇ ਹਰ ਹਰ ਮੁਖ ਤੇ ਬੋਲਣਾ ਇਹ ਵੀ ਆਇਆ। ਵਾਸਦੇਵ ਜਲ ਥਲ ਮੈਂ ਰਵਿਆ ਇਹ ਵੀ ਆਇਆ। ਗੱਗਾ ਗੋਬਿੰਦ ਗੁਣ ਰਵਹੁ ਕਰਨ ਸੁਨੋ ਹਰ ਨੀਤ ਇਹ ਵੀ ਆਇਆ। ਤੇ ਰਾਮ ਜਪੋ ਵਡ ਭਾਗੀਓ ਤੇ ਸਜੇਵ ਡਵਰਨਾ ਕੋਏ ਇਹ ਵੀ ਆਇਆ ਬਾਣੀ ਦੇ ਵਿੱਚ। ਤੇ ਇਸ ਤਰ੍ਹਾਂ ਨਾਲ ਕਹਿੰਦੇ ਗੋਬਿੰਦ ਤੋਂ ਗੱਗਾ ਲੈ ਲਿਆ ਤੇ ਰਾਮ ਤੋਂ ਕਹਿੰਦੇ ਰਾਰਾ ਲੈ ਲਿਆ। ਪ੍ਰਵੀਨ ਗਿਆਨੀ ਗੁਣੀ ਜਨੋ ਕਹਿੰਦੇ ਵਿਚਾਰ ਕਰ ਲੋ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹਨਾਂ ਨੂੰ ਸ਼ੀਹਾ ਤੇ ਗੱਜਣ ਦੋਵੇਂ ਭਰਾ ਆਏ ਨੇ। ਇਹਨਾਂ ਨੂੰ ਕਹਿੰਦੇ ਇਹ ਗੁਣੀ ਜਨੋ ਇਸ ਤਰ੍ਹਾਂ ਇਹ ਸ਼ਬਦ ਦੇ ਭਾਵ ਦੀ ਜਿਹੜਾ ਅਰਥ ਦੀ ਵਿਚਾਰ ਕਰ ਲੋ ਵੀ ਇਹ ਅਰਥ ਹੈ ਵਾਹਿਗੁਰੂ ਦਾ। ਚੌਪਈ ਏਕ ਨਾਮ ਤੇ ਚਤੁਰ ਸੋ ਜਪੁ। ਸੱਚੇ ਪਾਤਸ਼ਾਹ ਨੇ ਇਹ ਤਾਂ ਦੱਸੀ ਇਹਦੀ ਬਣਤਰ, ਅਰਥ ਨਹੀਂ ਅਜੇ ਦੱਸਿਆ। ਅਰਥ ਤਾਂ ਗਾਂ ਦੱਸਦੇ ਆ। ਇਹ ਤਾਂ ਬਣਤਰ ਦੱਸੀ ਵੀ ਬਣਿਆ ਇਸ ਪ੍ਰਕਾਰ ਹੈ ਵਾਹਿਗੁਰੂ। ਕਹਿੰਦੇ ਏਕ ਨਾਮ ਤੇ ਚਤੁਰ ਸੋ ਜਾਪੂ। ਇੱਕ ਵਾਹਿਗੁਰੂ ਜਪਣ ਦੇ ਨਾਲ ਚਤੁਰ ਚਾਰਿਆਂ ਦੇ ਜਾਪ ਹੋ ਗਏ। ਚਾਰਾਂ ਯੁੱਗਾਂ ਦੇ ਵਾਸਦੇਵ ਹਰੀ ਗੋਬਿੰਦ ਤੇ ਰਾਮ ਚਾਰਾਂ ਯੁੱਗਾਂ ਦੇ ਕਹਿੰਦੇ ਜਾਪ ਹੋ ਗਏ ਹਨ। ਕਲਯੁਗ ਦੇ ਵਿੱਚ ਜਿਆਦੇ ਰਾਮ ਦਾ ਨਾਮ ਲਿਆ ਜਾਂਦਾ ਹੈ। ਰਾਮ ਨੂੰ ਮਰਜ਼ਾਦਾ ਪੁਰਸ਼ੋਤਮ ਮੰਨ ਕੇ, ਪਰ ਉਹ ਦਸ਼ਰਥ ਦੇ ਬੇਟੇ ਰਾਮ ਦਾ ਲਈ ਜਾਂਦੇ ਆ। ਪਰ ਰਾਮ ਤਾਂ ਉਦੋਂ ਵੀ ਪਹਿਲਾਂ ਸੀ। ਜਦੋਂ ਦਸ਼ਰਥ ਨਹੀਂ ਸੀ, ਉਹਦਾ ਪਿਤਾ ਰਘੂ ਨਹੀਂ ਸੀ, ਉਹਦਾ ਪਿਤਾ ਅਜਨਾਬ ਨਹੀਂ ਸੀ, ਉਦੋਂ ਵੀ ਪਹਿਲਾਂ ਸੀ ਰਾਮ ਤਾਂ। ਉਸ ਰਾਮ ਨੂੰ ਮਹਾਰਾਜ ਜੀ ਕਹਿੰਦੇ ਹਨ। ਸੋ ਇਸ ਤਰ੍ਹਾਂ ਨਾਲ ਕਹਿੰਦੇ ਇੱਕ ਇਹ ਵਾਹਿਗੁਰੂ ਸ਼ਬਦ ਦੇ ਕਹਿਣ ਦੇ ਨਾਲ ਕਹਿੰਦੇ ਚਾਰਾਂ ਯੁੱਗਾਂ, ਚਾਰਾਂ ਵੇਦਾਂ, ਚਾਰਾਂ ਸਮਿਆਂ ਦੇ ਵਿੱਚ ਤਿੰਨਾਂ ਲੋਕਾਂ ਦੇ ਵਿੱਚ ਵਿਆਪਕ ਪਰਮਾਤਮਾ ਦਾ ਜਾਪ ਹੋ ਗਿਆ। ਕਹਿਣ ਤੋਂ ਭਾਵ ਯਾਤੇ ਹੈ ਇਹ ਅਦਕ ਪ੍ਰਤਾਪ। ਇਸ ਕਰਕੇ ਵਾਹਿਗੁਰੂ ਸ਼ਬਦ ਦਾ ਕਹਿੰਦੇ ਅਦਕ ਬਹੁਤ ਜ਼ਿਆਦੇ ਤਿੰਨਾਂ ਲੋਕਾਂ ਦੇ ਵਿੱਚ ਪ੍ਰਤਾਪ ਹੈ। ਜੇ ਕੋਈ ਢੰਗ ਨਾਲ ਜਪੇ, ਜੇ ਕੋਈ ਲਵੇ ਸਿਮਰੇ ਤਾਂ। ਦੂਸਰ ਅਰਥ ਔਰ ਸੁਣ ਲੀਜੇ। ਸੱਚੇ ਪਾਤਸ਼ਾਹ ਕਹਿੰਦੇ ਇਹ ਤਾਂ ਬਣਤਰ ਦੱਸਤੀ, ਦੂਜਾ ਅਰਥ ਸੁਣੋ ਇਸ ਦਾ ਕੰਨ ਦੇ ਕਰਕੇ ਧਿਆਨ ਦੇ ਨਾਲ। ਜਾਪ ਕਰੇ ਸਭ ਸੰਕਟ ਚੀਜੇ। ਜਾਪ ਕਰੇ ਸਭ ਸੰਕਟ ਚੀਜੈ। ਜੇ ਕੋਈ ਜਾਪ ਕਰੇ ਪ੍ਰੇਮ ਨਾਲ ਤਾਂ ਸਾਰੇ ਸੰਕਟ ਆ। ਲੋਕ ਪੁੱਛਦੇ ਆ ਕਿਹੜਾ ਸ਼ਬਦ ਜਪੀਏ, ਕਿਹੜਾ ਵੀ ਪਤੰਦਰੋ ਆ, ਬਾਰ-ਬਾਰ ਤਾਂ ਦੱਸੀ ਜਾਂਦੇ ਆ ਪੰਜ ਪਿਆਰੇ ਆ ਗ੍ਰੰਥ ਗੁਰੂ ਗ੍ਰੰਥ ਸਾਹਿਬ ਵੀ ਵਾਹਿਗੁਰੂ ਸ਼ਬਦ ਹੈ ਆਪਣਾ। ਕਿਸੇ ਨੂੰ ਕੰਨ 'ਚ ਨਹੀਂ ਦੇਣਾ, ਕਿਸੇ ਨੂੰ ਲੁਕੋ ਕੇ ਪੁੜੀ ਬੰਨ ਕੇ ਨਹੀਂ ਦੇਣਾ, ਕਿਸੇ ਨੂੰ ਇਹ ਨਹੀਂ ਕਹਿਣਾ ਮੈਂ ਤੈਨੂੰ ਉੱਥੇ ਦੱਸੂ, ਕਿਸੇ ਨੂੰ ਨਾ ਦੱਸੀ। ਸਿੱਧਾ ਹੀ ਅਟਲ ਮਹਾਰਾਜ ਜੀ ਦੱਸੀ ਜਾਂਦੇ ਆ, ਖੁੱਲਾ ਹੀ ਭੰਡਾਰਾ। ਹੋਰਾਂ ਨੇ ਖੁੱਲਾ ਭੰਡਾਰਾ ਨਹੀਂ ਦਿੱਤਾ, ਉਹਨਾਂ ਨੇ ਕੰਧ ਰੱਖ ਲਈ, ਪਰਦਾ ਰੱਖ ਲਿਆ। ਉਹ ਕਹਿੰਦੇ ਵੀ ਜਿਹੜਾ ਖਸਮ ਦਾ ਨਾਂ ਹੁੰਦਾ ਪ੍ਰਗਟ ਨਹੀਂ ਲਿਆ ਜਾਂਦਾ। ਪੰਡਤ ਐਂ ਕਹਿੰਦੇ ਆ, ਕਹਿੰਦੇ ਜਿਹੜਾ ਘਰ ਵਾਲਾ ਹੁੰਦਾ ਨਾ ਉਹਦਾ ਨਾਂ ਜਿਹੜਾ ਕਹਿੰਦੇ ਖੁੱਲਾ ਨਹੀਂ ਲਿਆ ਜਾਂਦਾ, ਤਾਂ ਕੰਨ 'ਚ ਦਿੰਨੇ ਆ। ਉਹਨਾਂ ਦੀ ਵੀ ਗੱਲ ਠੀਕ ਆ, ਪਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਜਿਹੜਾ ਪ੍ਰਗਟ ਕਰ ਦਿੱਤਾ ਕਿ ਉਹ ਜਿਹੜਾ ਖਸਮ ਹੈ ਗੁਪਤ ਨਹੀਂ। ਅਸੀਂ ਖਸਮ ਨੂੰ ਗੁਪਤ ਨਹੀਂ ਰੱਖਣਾ ਵੀ ਗੁਪਤ ਰੱਖ ਕੇ ਕੱਲ ਨੂੰ ਤੁਸੀਂ ਹੋਰ ਖਸਮ ਬਣਾ ਲਓਗੇ।
ਅਸੀਂ ਤਾਂ ਇੱਕੋ ਵਾਰ ਪ੍ਰਗਟ ਕਰਤਾ ਵੀ ਆਹ ਖਸਮ ਹੈ ਭਾਈ ਸਾਡਾ, ਰੋਜ਼ ਰੋਜ਼ ਨਹੀਂ ਬਦਲਦਾ, ਕੱਲ ਨੂੰ ਉਹ ਹੋਵੇ ਖਸਮ, ਪਰਸੋਂ ਨੂੰ ਉਹ ਹੋਵੇ, ਇਹ ਨਹੀਂ ਮਹਾਰਾਜ ਜੀ ਕਹਿੰਦੇ ਅਸੀਂ ਰੱਖਣਾ ਕੰਮ, ਸਾਡਾ ਤਾਂ ਇੱਕੋ ਹੀ ਖਸਮ ਹੈ, ਉਹਦਾ ਨਾਂ ਆਹ ਹੈ ਤੇ ਉਹੀ ਰਹਿਣਾ। ਮਹਾਰਾਜ ਜੀ ਕਹਿੰਦੇ ਜੰਮੀਏ ਭਾਵੇਂ ਮਰੀਏ, ਖੁਸ਼ੀ ਰਹੀਏ ਭਾਵੇਂ ਦੁਖੀ ਰਹੀਏ। ਇਸ ਕਰਕੇ ਮਹਾਰਾਜ ਜੀ ਨੇ ਉਹ ਕੰਨ 'ਚ ਨਹੀਂ ਦਿੱਤਾ, ਜਿਹੜਾ ਗੁਪਤ ਨਹੀਂ ਪ੍ਰਗਟ ਕਰ ਦਿੱਤਾ। ਕਹਿੰਦੇ ਇਸ ਦਾ ਅਰਥ ਜਿਹੜਾ ਜਾਪ ਕਰੇ ਉਹਦੇ ਸਾਰੇ ਸੰਕਟ ਨੇ ਜਿਹੜੇ ਦੂਰ ਹੋ ਜਾਂਦੇ ਆ। ਅਥਵਾ ਕਈ ਲੋਕ ਸਵਾਲ ਕਰਦੇ ਨੇ, ਕਹਿੰਦੇ ਜੇ ਸੰਕਟ ਦੂਰ ਹੋ ਜਾਂਦੇ ਆ, ਮਹਾਰਾਜ ਦੇ ਤਾਂ ਹੋਏ ਨਹੀਂ, ਉਹਦੇ ਤਾਂ ਪੁੱਤ ਮਰ ਗਏ, ਪਰਿਵਾਰ ਖੇਰੂ ਖੇਰੂ ਹੋ ਗਿਆ, ਆਹ ਹੋ ਗਿਆ, ਆਹ ਹੋ ਗਿਆ। ਕਹਿੰਦੇ ਆਪਦੇ ਸੰਕਟ ਤਾਂ ਹੋਏ ਨਹੀਂ ਦੂਰ। ਓਏ ਪਤੰਦਰੋਂ ਸੰਕਟ ਹੌਸਲਾ ਦੇ ਦਿੰਦਾ ਨਾਮ ਹੈ ਜਿਹੜਾ। ਸੰਕਟ ਤਾਂ ਆਉਂਦੇ ਨੇ ਪਰ ਉਹ ਸੰਕਟਾਂ ਨੂੰ ਸੰਕਟ ਸਮਝਦੇ ਨਹੀਂ। ਯੋਧੇ, ਸੂਰਬੀਰਤਾ, ਭਗਤ, ਦਾਨੀ, ਗਿਆਨੀ, ਵਿਗਿਆਨੀ, ਭਗਤ, ਉਹ ਸਾਰੇ ਗੁਣ ਨੇ ਜਿਹੜੇ ਉਹਨਾਂ ਦੇ ਵਿੱਚ ਆ ਜਾਂਦੇ ਆ। ਕ੍ਰਿਸ਼ਨ ਦੇ ਮਾਂ ਪਿਓ ਵੀ ਕੈਦ 'ਚ ਪਏ ਸੀ, ਉਹਨਾਂ ਦੇ ਸੰਕਟ ਆਏ ਪਰ ਸੰਕਟ ਜਰ ਲਏ ਉਹਨਾਂ ਨੇ। ਕਾਹਦੇ ਨਾਲ? ਨਾਮ ਦੇ ਆਸਰੇ ਨਾਲ ਹੀ ਜਰ ਲਏ। ਨਾਮ ਦੇ ਆਸਰੇ ਨਾਲ ਹੀ ਉਹਨਾਂ ਕੋਲ ਤਾਕਤ ਆਈ, ਹੋਰ ਤਾਂ ਕੋਈ ਤਾਕਤ ਨਹੀਂ ਸੀ। ਜੇ ਹੋਰ ਕੋਈ ਤਾਕਤ ਹੁੰਦੀ ਤਾਂ ਉਹ ਸਹਾਰ ਨਾ ਸਕਦੇ। ਪਰ ਇਸ ਤਰ੍ਹਾਂ ਨਾਮ ਹੈ ਜਿਹੜਾ ਸਾਰੀਆਂ ਤਾਕਤਾਂ ਫਾਂਸੀ ਦੇ ਫੰਦੇ ਤੇ ਵੀ ਅੰਮ੍ਰਿਤ ਦੇ ਪਿਆਲੇ ਦੇ ਝਲਕਾਰੇ ਦੇ ਦਿੰਦਾ। ਜਿਹੜਾ ਨਾਮ ਹੈ ਭਾਈ, ਨਾਮ ਦੇ ਵਿੱਚ ਬੜੀ ਬਰਕਤ ਹੈ, ਬੜੀ ਤਾਕਤ ਹੈ। ਜੀਵਨ ਨੂੰ ਉੱਚਾ ਸੁੱਚਾ ਕਰਕੇ ਨਾਮ ਦਾ ਸਿਮਰਨ ਕਰਨਾ ਕਹਿੰਦੇ ਅੰਮ੍ਰਿਤ ਦਾ ਪੀਣਾ ਹੈ। ਕਹਿੰਦੇ ਇਸ ਤਰ੍ਹਾਂ ਸਾਰੇ ਸੰਕਟ ਨੇ ਜਿਹੜੇ ਦੂਰ ਕਰ ਦਿੰਦਾ ਹੈ ਅਤੇ ਫਿਰ ਸੰਕਟਾਂ ਨੂੰ ਐ ਬਣਾ ਦਿੰਦਾ ਜਿਵੇਂ ਗੁਲਾਬ ਦੇ ਫੁੱਲ ਹੁੰਦੇ ਆ। ਕੋਈ ਵੀ ਸੰਕਟ ਉਹਨੂੰ ਪਾਉਂਦਾ ਨਹੀਂ। ਕਹਿੰਦੇ ਉਹਨਾਂ ਦੇ ਵਿੱਚ ਐਸੀ ਦ੍ਰਿੜਤਾ ਹੈ, ਜਿਹੜੀ ਐਸੀ ਕਲਾ ਹੈ, ਉਹ ਨਾਮ ਭਰ ਦਿੰਦਾ ਸਾਰੇ ਦੁੱਖਾਂ ਨੂੰ ਜਰਨ ਦੀ। ਜਿਵੇਂ ਮਹਾਰਾਜ ਨੇ ਕਿਹਾ, ਸਗਲੇ ਦੁੱਖ ਪਾਣੀ ਕਰ ਪੀਵਾਂ। ਕਹਿੰਦੇ ਪ੍ਰਮਾਤਮਾ ਤੇਰੇ ਨਾਮ ਦੀ ਐਡੀ ਸ਼ਕਤੀ ਹੈ, ਸਾਰੇ ਸੰਸਾਰ ਦੇ ਦੁੱਖ ਮੈਨੂੰ ਦੇ ਦੇ, ਪਾਣੀ ਕਰਕੇ ਪੀ ਲਵਾਂ। ਪਾਣੀ ਕਰਕੇ ਭਾਵ ਸੁੱਖ ਸ਼ਾਂਤੀ ਨਾਲ ਅਸੀਂ ਇੱਕ ਦੁੱਖ ਨਹੀਂ ਪਹੁੰਚਾ ਸਕਦੇ, ਕਿਉਂ? ਨਾਮ ਨਹੀਂ ਨਾ ਸਾਡੇ ਅੰਦਰ, ਨਾਮ ਨਹੀਂ ਜਪਦੇ। ਸੱਚੇ ਪਾਤਸ਼ਾਹ ਕਹਿੰਦੇ ਨਾਮ ਦੀ ਤਾਕਤ ਐਡੀ ਹੈ, ਸਾਰੇ ਸੰਸਾਰ ਦੇ ਦੁੱਖ ਇੱਕ ਬੂੰਦ ਕਰਕੇ ਪੀ ਲਵਾਂ। ਸ਼ਿਵ ਜੀ ਨੇ ਤਾਂ ਜ਼ਹਿਰ ਹੀ ਰੱਖਿਆ, ਕਹਿੰਦਾ ਸਾਰੇ ਸੰਸਾਰ ਦੇ, ਤੇ ਫਿਰ ਉਹਨਾਂ ਨੇ ਪੀਤੇ ਵੀ। ਜੇ ਸੰਸਾਰ ਦੇ ਦੁੱਖਾਂ ਨੂੰ ਉਹਨਾਂ ਨੇ ਬੂੰਦ ਕਰਕੇ ਪੀਤਾ ਨਾਮ ਦੇ ਆਸਰੇ, ਤਾਂ ਹੀ ਸਰਬੰਸ ਕੁਰਬਾਨ ਕੀਤਾ, ਤਾਂ ਹੀ ਤੱਤੀਆਂ ਤਵੀਆਂ ਤੇ ਬੈਠੇ। ਆਪਦਾ ਉਹਨਾਂ ਦਾ ਕਿਹੜਾ ਰੌਲਾ ਸੀ? ਨਾਮ ਦੀ ਬਰਕਤ ਪਾਵਰ ਨਾਲ ਉਹਨਾਂ ਨੇ ਸਾਡੇ ਦੁੱਖ ਹੀ ਆਪਦੇ ਸਿਰ ਲਏ। ਸੰਸਾਰ ਦੇ ਦੁੱਖਾਂ ਬਾਬਤ ਹੀ ਇਹ ਜਿਹੜਾ ਘੋਲ ਘੁਲਿਆ, ਇਹ ਘੋਲ ਘੁਲਣ ਵਾਸਤੇ ਮੱਲ ਪੈਦਾ ਕੀਤੇ। ਨਾਮ ਦੇ ਆਸਰੇ ਨਾਲ ਉਹਨਾਂ ਦੁੱਖਾਂ ਨੂੰ ਪਾਣੀ ਕਰਕੇ ਸਰਬੰਸ ਵਾਰਤਾ, ਮਾਤਾ ਪਿਤਾ ਵੀ ਵਾਰਤੇ, ਬੱਚੇ ਵੀ ਵਾਰਤੇ। ਇਹ ਨਾਮ ਦੀ ਤਾਕਤ ਸੀ, ਇਹ ਹੈ ਨਾਮ ਦੀ ਤਾਕਤ। ਤੇ ਜੇ ਨਾਮ ਦੀ ਤਾਕਤ ਨਾ ਹੁੰਦੀ, ਆ ਜਿਹੜਾ ਸ਼ਿਵਾਜੀ ਮਰਹੱਟਾ ਸੀਗਾ, ਉਹਦਾ ਪੁੱਤਰ ਸ਼ੰਭਾ ਜੀ ਭੋਸਲੇ, ਉਹ ਸਾਧ ਸੰਗਤ ਜੀ ਮੁਸਲਮਾਨ ਹੋ ਗਿਆ ਸੀ। ਜੇ ਨਾਮ ਦੀ ਤਾਕਤ ਹੁੰਦੀ ਤਾਂ ਮੁਸਲਮਾਨ ਧਰਮ ਨੂੰ ਕਿਉਂ ਅਖਤਿਆਰ ਕਰਦਾ? ਮੁਸਲਮਾਨ ਹੋ ਗਿਆ ਸੀ ਉਹ ਬਾਅਦ ਦੇ ਵਿੱਚ ਆ ਕਰਕੇ। ਸੋ ਇਸ ਤਰ੍ਹਾਂ ਨਾਲ ਸਾਧ ਸੰਗਤ ਜੀ ਨਾਮ ਦੀ ਤਾਕਤ ਜਿਹੜੀ ਹੈ ਉਹ ਕਹਿੰਦੇ ਬਹੁਤ ਵੱਡੀ। ਜੇ ਕੋਈ ਸਿਮਰਨ ਕਰੇ ਸਾਰੇ ਸੰਕਟਾਂ ਨੂੰ ਦੂਰ ਕਰਕੇ, ਤੇ ਸੰਕਟਾਂ ਨੂੰ ਜਰਨ ਦੀ ਤਾਕਤ ਜਿਹੜੀ ਨਾਮ ਦੇ ਦਿੰਦਾ ਹੈ। ਵਾਹੇ ਨਾਮ ਅਚਰਜ ਪਹਿਚਾਨਾ। ਜਿਹੜਾ ਵਾਹੇ ਨਾਮ ਹੈ ਨਾ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਹੈ ਅਸਚਰਜ ਰੂਪ ਦਾ। ਜਿਹੜਾ ਵਾਹੇ ਦਾ ਅਰਥ ਹੈ ਨਾ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵਾਹੇ ਨਾਮ ਹੈ ਹੈਰਾਨੀਜਨਕ ਦਾ, ਅਦਭੁਤ, ਜਿਹਦੇ ਵਰਗਾ ਕੋਈ ਨਾ ਹੋਵੇ, ਬੇਮਿਸਾਲ। ਜਿਹਦੇ ਕਿਸੇ ਦੀ ਮਿਸਾਲ, ਉਹਨੂੰ ਚੰਦ ਦੀ ਮਿਸਾਲ ਦਵਾਂਗੇ ਬਈ ਉਹ ਚੰਦ ਵਰਗਾ, ਖਬਰ ਆ ਉਹਨੇ ਕਿੰਨੇ ਕੁ ਚੰਦ ਬਣਾਏ ਹੋਣੇ ਆ। ਉਹਨੂੰ ਸੂਰਜ ਦੀ ਮਿਸਾਲ ਦੇ ਸਕਦੇ ਆ ਬਈ ਉਹ ਪਰਮਾਤਮਾ ਸੂਰਜ ਵਰਗਾ, ਖਬਰ ਆ ਉਹਨੇ ਕਿੰਨੇ ਕੁ ਸੂਰਜ ਬਣਾਏ ਆ। ਉਹਨੂੰ ਕਿਸੇ ਪੀਰ ਦੀ ਮਿਸਾਲ ਦੇ ਦਿਆਂਗੇ, ਖਬਰ ਆ ਉਹਨੇ ਕਿੰਨੇ ਕੁ ਪੀਰ ਬਣਾਏ ਆ, ਕਿੰਨੇ ਕੁ ਬਣਾਉਣੇ ਆ। ਤੇ ਉਹਨੂੰ ਕਿਸੇ ਮੱਕੇ ਦੀ ਮਸਜਿਦ ਦੀ, ਕਿਸੇ ਹਰਮੰਦਰ ਦੀ ਮਿਸਾਲ ਦੇ ਦਿਆਂਗੇ, ਖਬਰਾਂ ਉਹਨੇ ਕਿੰਨੇ ਕੁ ਬਣਾਏ ਆ, ਕਿੰਨੇ ਕੁ ਬਣਾਉਣੇ ਆ। ਕਿਸੇ ਧਰਮ ਦੀ ਮਿਸਾਲ ਦੇ ਦਿਆਂਗੇ, ਨਹੀਂ ਦੇ ਸਕਦੇ। ਜਿਹਦੇ ਵਰਗਾ ਕੋਈ ਹੈ ਹੀ ਨਹੀਂ, ਜਿਹਦੇ ਵਰਗਾ ਸਿਰਜਣਾ, ਕਿਉਂਕਿ ਆਪੇ ਆਪ ਉਹ ਪਾਵਨਹਾਰਾ, ਉਹ ਤਾਂ ਆਪਣੇ ਆਪ ਤੋਂ ਹੈ। ਜਿਹੜਾ ਆਪਣੇ ਆਪ ਤੋਂ ਹੈ ਉਹ ਮਟੀਰੀਅਲ ਨੂੰ ਸਾਜਣ ਵਾਲਾ ਹੋ ਗਿਆ, ਭਾਵ ਕਿ ਉਹ ਮਟੀਰੀਅਲ ਨਹੀਂ ਹੈ। ਇਸ ਤੋਂ ਇਹ ਅਰਥ ਸਿੱਧ ਹੋਇਆ ਕਿ ਉਹ ਆਪਣੇ ਆਪ ਤੋਂ ਹੈ। ਉਹ ਜੋਤ, ਉਹਦੇ ਸਮਝਣ ਵਾਸਤੇ ਇਹੀ ਪ੍ਰਮਾਣ ਦਿੰਦੇ ਆ ਵੀ ਉਹ ਜੋਤ ਰੂਪ ਹੈ, ਵੀ ਉਹ ਮਟੀਰੀਅਲ ਨਹੀਂ ਹੈ। ਜਿੰਨਾ ਵੀ ਮਟੀਰੀਅਲ ਦਿਖਣ ਦੇ ਵਿੱਚ ਆਉਂਦਾ ਪਦਾਰਥ, ਭੌਤਿਕਤਾ, ਇਹ ਸਾਰੇ ਨੂੰ ਸਾਜਣ ਵਾਲਾ ਹੈ ਉਹ। ਇਸ ਕਰਕੇ ਤੇ ਫਿਰ ਹੈਰਾਨੀ ਹੁੰਦੀ ਹੈ ਨਾ ਵੀ ਇੰਨਾ ਉਹਨੇ ਪਦਾਰਥ ਕਿਵੇਂ ਸਾਜਤਾ, ਕਿੱਥੋਂ ਲਿਆਇਆ? ਜਦੋਂ ਕੁਝ ਹੈ ਹੀ ਨਹੀਂ ਸੀ ਪਹਿਲਾਂ, ਤਾਂ ਉਹਨੇ ਕਿੱਥੋਂ ਇਹ ਪਾਣੀ ਲੈ ਆਂਦਾ, ਕਿੱਥੋਂ ਇਹ ਮਿੱਟੀ ਪੈਦਾ ਕਰ ਲਈ, ਕਿੱਥੋਂ? ਅਕਸਰ ਤਾਂ ਕਿੱਥੋਂ ਲਿਆਇਆ ਹੀ। ਮਿੱਟੀ ਵੀ ਆਪਣੇ ਆਪ ਤਾਂ ਆ ਨਹੀਂ ਗਈ, ਪਾਣੀ ਆਪਣੇ ਆਪ ਤਾਂ ਆ ਨਹੀਂ ਗਿਆ। ਬਹੁਤ ਐਸੇ ਆਕਾਸ਼ ਦੇ ਵਿੱਚ ਗੈਲੈਕਸੀਆਂ, ਇਹਦੇ ਵਿੱਚ ਜਿਹੜੇ ਥਾਂ ਨੇ ਜਿੱਥੇ ਮਿੱਟੀ ਹੈ ਹੀ ਨਹੀਂ,
ਬਹੁਤ ਸਾਰੇ ਚੰਦ ਸੂਰਜ ਤੇ ਉੱਪਰ ਨੂੰ ਉੱਡ ਕੇ ਵਿਗਿਆਨੀ ਦੇਖਦੇ ਆ ਕਈ ਥਾਵਾਂ ਐਸੀਆਂ ਜਿੱਥੇ ਮਿੱਟੀ ਹੈ ਹੀ ਨਹੀਂ, ਪਾਣੀ ਹੈ ਹੀ ਨਹੀਂ, ਅਗਨੀ ਤੱਤ ਹੈ ਹੀ ਨਹੀਂ, ਹਵਾ ਹੈ ਹੀ ਨਹੀਂ ਜਿੱਥੇ, ਤੇ ਇਸ ਤਰ੍ਹਾਂ ਤੇ ਉਹਨੇ ਇੱਥੇ ਕਿੱਥੋਂ ਇਹ ਪੈਦਾ ਕਰ ਦਿੱਤੇ। ਇਸ ਤਰ੍ਹਾਂ ਨਾਲ ਸੋਚ ਕੇ ਜਿਸ ਤੇ ਅਚਰਜਤਾ ਆਉਂਦੀ ਹੈ ਵੀ ਐਸਾ ਹੈਰਾਨੀਜਨਕ ਵੀ ਅਦਭੁਤੀ ਹੈ ਵੀ ਕਿਵੇਂ ਰਚ ਦਿੱਤਾ ਉਹਨੇ, ਕਿੱਧਰ ਨੂੰ ਕੀ ਕੀਤਾ, ਕਿਹੜੀ ਕਹੀ ਨਾਲ ਸਮੁੰਦਰ ਪੱਟਿਆ ਹੋਊ ਤੇ ਕਿਹੜੇ ਸੁਹਾਗੇ ਨਾਲ ਉਹਨੇ ਪਹਾੜਾਂ ਦੇ ਟਿੱਲੇ ਲਾ ਦਿੱਤੇ। ਅਚਰਜ ਰੂਪ ਹੀ ਹੈ, ਹੈਰਾਨੀਕਾਰਕ ਹੀ ਹੈ, ਹੈਰਾਨੀਜਨਕ ਹੀ ਹੈ। ਇਸ ਤਰ੍ਹਾਂ ਨਾਲ ਜਿਹੜਾ ਅਦਭੁਤ ਅਚਰਜ ਰੂਪ ਹੈ ਉਹ ਹੈ ਵਾਹੇ। ਸੋ ਸਾਧ ਸੰਗਤ ਜੀ, ਵਕਤ ਹੋ ਚੁੱਕਿਆ, ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹਦੇ ਅਰਥ ਸਰਵਣ ਕਰਾਂਗੇ, ਕਿਉਂਕਿ ਇਹਦੇ ਅਰਥ ਵਿਸਥਾਰਤ ਨੇ। ਸੋ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਬਹੁਤ ਸਾਰੀਆਂ ਤਰੁੱਟੀਆਂ ਵਿਚਾਰ ਕਰਦਿਆਂ ਰਹਿ ਜਾਣੀਆਂ ਸੁਭਾਵਿਕ ਹੁੰਦੀਆਂ ਨੇ। ਦਾਸ ਖਿਮਾ ਦਾ ਜਾਚਕ ਹੈ। ਸੰਗਤ ਦੀ ਹਾਜ਼ਰੀ ਸਾਹਿਬ ਦਰ ਪ੍ਰਵਾਨ ਕਰਦੇ, ਧਰਮ ਅਨੁਕੂਲ ਕਾਰਜ ਰਾਸ ਕਰਨ। ਇੱਥੇ ਹੀ ਇਹਨਾਂ ਪੰਕਤੀਆਂ ਨੂੰ ਉਚਾਰ ਕਰਕੇ ਗੁਰ ਸਤੋਤਰ ਪੜ੍ਹੀਏ। ਏਕ ਨਾਮ ਤੇ ਚਤਰ ਸੋ ਜਾਪੋ, ਜਾਤੇ ਹੈ ਇਹ ਅਦਕ ਪ੍ਰਤਾਪੂ। ਦੂਸਰ ਅਰਥ ਔਰ ਸੁਨ ਲੀਜੈ, ਜਾਪ ਕਰੇ ਸਭ ਸੰਕਟ ਛੀਜੈ। ਦੂਸਰ ਅਰਥ ਔਰ ਸੁਨ ਲੀਜੈ, ਜਾਪ ਕਰੇ ਸਭ ਸੰਕਟ ਛੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਬਿਨਾਸ਼। ਹੈ ਪੂਰਨ ਹੈ ਸਰਬ ਮਹਿ, ਦੁਖ ਭੰਜਨ ਗੁਣਤਾਸ। हे संगी है निरंकार, हे निर्गुण सब टेक। हे गोबिंद हे गुण निधान, जाकै सदा विवेक। हे अपरंपर हर हरे, है पी होवनहार। हे संत के सदा संग, निधारा आधार। हे ठाकुर हूँ दासरो, मैं निर्गुण गुण नहीं कोए। नानक दीजै नाम दान, राखों ही परोए। आए प्रभ शरणागति, कृपा निध दयाल। एक अखर हर मन बसत, नानक होत निहाल। कथा निता प्रति होत है, सुनो सो सिंह सुजान। नानक गुरु गोबिंद सिंह जी, सदा करे कल्याण। जैसे बन हर पात में, पात पात में पात। तैसे गुरु नानक की बात में, बात बात में बात। पाप कमाम दिया, तेरा कोई न होवे बेली। पाप कमाम दिया, तेरा होना नहीं कोई आके सहाई। मन मुख बंदियां दा, कोई होना नहीं अंत सहाई। मन मुख लोकां दा, कोई होवे न अंत सहाई। मन मुख बंदियां दा, कोई होवे न अंत सहाई। मन मुख बंदियां दा, कोई हुंदा न अंत सहाई। पापी पुरशां दा। वाहिगुरू जी का खालसा, वाहिगुरू जी की फतेह।